ਅਸੀਂ ਅੱਜ ਆਪਣੀ ਆਜ਼ਾਦੀ ਦੇ ਬਾਰੇ ਪੜਾਂਗੇ ਜੋ ਪ੍ਰਭੂ ਨੇ ਸਾਨੂੰ ਦਿੱਤੀ ਹੈ। ਔਰ ਨੰਬਰ 2 ਦੇ ਉੱਤੇ ਜੋ ਪ੍ਰਭੂ ਨੇ ਜਿੱਥੇ ਸਾਨੂੰ ਨਮਰ ਰਹਿਣ ਦੇ ਲਈ ਕਿਹਾ ਗਿਆ, ਸਾਨੂੰ ਅਧੀਨਤਾ ਨਹੀਂ ਕਿਸੇ ਚੀਜ਼ ਦੀ ਉਸਨੇ ਬਖਸ਼ੀ, ਉਸਨੇ ਸਾਥ ਬਖਸ਼ਿਆ। ਜਿਸ ਦੇ ਸਾਥ ਰਹਿਣ ਦੇ ਲਈ ਕਿਹਾ ਗਿਆ ਉਹ ਵੀ ਸਾਨੂੰ ਅੱਜ ਵਚਨ ਸਿਖਾਏਗਾ। ਸਾਡੇ ਬਾਪ ਦੇ ਨਾਲ ਸਾਡਾ ਕਿੱਦਾਂ ਦਾ ਰਿਸ਼ਤਾ ਹੋਣਾ ਚਾਹੀਦਾ, ਸਾਡੇ ਭਰਾ ਦੇ ਨਾਲ ਸਾਡਾ ਕਿੱਦਾਂ ਦਾ ਰਿਸ਼ਤਾ ਹੋਣਾ ਚਾਹੀਦਾ, ਉਹ ਸਾਨੂੰ ਪ੍ਰਭੂ ਸਿਖਾਏਗਾ। ਸੋ ਆਓ ਪ੍ਰਭੂ ਦੇ ਵਚਨ ਦੇ ਵਿੱਚੋਂ ਪੰਜਵਾਂ ਭਾਵ ਜਿਸ ਨੂੰ ਮਿਲ ਜਾਏ ਉਸਦੀ 1 ਆਇਤ ਤੋਂ ਲੈ ਕੇ और उसकी 15 आयत तक ਅਸੀਂ ਪੜਾਂਗੇ। पन्ना है 344 नवे नियम ਦਾ ਗਲਤੀਆਂ ਦਾ ਪਰਲਾ ਭਾਗ। मैं पढ़ देना पास्टर जी। ਹਾਂਜੀ ਗੋ ਮੇਰਾ ਜੀ। ਸਾਰਿਆਂ ਨੂੰ ਪਹਿਲਾਂ ਜੈ ਮਸੀਹ ਦੀ। ਮਸੀਹੀ ਆਜ਼ਾਦੀ ਜਿਵੇਂ ਪਾਸਟਰ ਜੀ ਨੇ ਕਿਹਾ ਵਾ 344 ਪੇਜ ਆ ਗਲਾਤੀਆਂ ਦਾ। ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ ਅਤੇ ਹੁਣ ਅਸੀਂ ਆਜ਼ਾਦ ਹਾਂ, ਇਸ ਲਈ ਸਥਿਰ ਰਹੋ ਅਤੇ ਦੁਬਾਰਾ ਗੁਲਾਮੀ ਦੇ ਜੂਲੇ ਹੇਠਾਂ ਨਾ ਝੁਕੋ। ਧਿਆਨ ਨਾਲ ਸੁਣੋ, ਮੈਂ ਪਲੂਸ ਤੁਹਾਨੂੰ ਦੱਸਦਾ ਹਾਂ, ਜੇਕਰ ਤੁਸੀਂ ਸੁੰਨਤ ਕਰਵਾਓਗੇ ਤਾਂ ਤੁਹਾਨੂੰ ਮਸੀਹ ਤੋਂ ਕੋਈ ਲਾਭ ਨਹੀਂ ਹੋਵੇਗਾ। ਇੱਕ ਵਾਰੀ ਫਿਰ ਮੈਂ ਹਰ ਇੱਕ ਸੁੰਨਤ ਕਰਵਾਉਣ ਵਾਲੇ ਨੂੰ ਚੇਤਾਵਨੀ ਦਿੰਦਾ ਹਾਂ, ਉਸ ਲਈ ਵਿਵਸਥਾ ਵਿੱਚ ਲਿਖੀ ਹਰ ਇੱਕ ਗੱਲ ਨੂੰ ਪੂਰਾ ਕਰਨਾ ਜ਼ਰੂਰੀ ਹੈ। ਤੁਸੀਂ ਜੋ ਵਿਵਸਥਾ ਦੁਆਰਾ ਪਰਮੇਸ਼ਰ ਨਾਲ ਆਪਣੇ ਸੰਬੰਧ ਉਚਿਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਮਸੀਹ ਤੋਂ ਦੂਰ ਹੋ ਚੁੱਕੇ ਹੋ। ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਖੇਤਰ ਵਿੱਚੋਂ ਵੀ ਬਾਹਰ ਜਾ ਚੁੱਕੇ ਹੋ। ਜਿੱਥੋਂ ਤੱਕ ਸਾਡਾ ਸਵਾਲ ਹੈ, ਇਹ ਪਵਿੱਤਰ ਆਤਮਾ ਹੈ ਜੋ ਸਾਨੂੰ ਆਸ਼ਾ ਬਣਾਉਂਦਾ ਹੈ ਕਿ ਅਸੀਂ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਨਾਲ ਆਪਣਾ ਉਚਿਤ ਸੰਬੰਧ ਹੋਣ ਦੀ ਆਸ ਰੱਖੀਏ। ਕਿਉਂਕਿ ਜਦੋਂ ਅਸੀਂ ਮਸੀਹ ਦੀ ਸੰਗਤ ਵਿੱਚ ਹੁੰਦੇ ਹਾਂ ਤਾਂ ਸੁੰਨਤ ਜਾਂ ਅਸੁੰਨਤ ਦੀ ਮਹੱਤਤਾ ਨਹੀਂ ਰਹਿ ਜਾਂਦੀ, ਕੇਵਲ ਵਿਸ਼ਵਾਸ ਦੀ ਹੁੰਦੀ ਹੈ ਜੋ ਪਿਆਰ ਦੇ ਰਾਹੀਂ ਆਉਂਦਾ ਹੈ। ਤੁਸੀਂ ਤਾਂ ਠੀਕ ਜਾ ਰਹੇ ਸੋ, ਤੁਹਾਨੂੰ ਕਿਸ ਨੇ ਸੱਤ ਦੇ ਪਿੱਛੇ ਜਾਣ ਤੋਂ ਰੋਕ ਦਿੱਤਾ ਹੈ? ਕੁਝ ਵੀ ਹੋਵੇ, ਇਹ ਰੁਕਾਵਟ ਤੁਹਾਡੇ ਸੱਦਣ ਵਾਲੇ ਪਰਮੇਸ਼ਰ ਵੱਲੋਂ ਨਹੀਂ ਹੈ। ਥੋੜਾ ਜਿਹਾ ਖਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖਮੀਰਾ ਬਣਾ ਕਰ ਦਿੰਦਾ ਹੈ। ਮੈਨੂੰ ਪ੍ਰਭੂ ਦੇ ਵਿੱਚ ਤੁਹਾਡੇ ਨਾਲ ਇੱਕ ਹੁੰਦਿਆਂ ਤੁਹਾਡੇ ਤੇ ਭਰੋਸਾ ਹੈ ਕਿ ਤੁਸੀਂ ਕਿਸੇ ਹੋਰ ਸਿਧਾਂਤ ਨੂੰ ਨਹੀਂ ਮੰਨੋਗੇ, ਪਰ ਜੋ ਕੋਈ ਤੁਹਾਨੂੰ ਗਲਤ ਰਾਹੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਕੋਈ ਵੀ ਕਿਉਂ ਨਾ ਹੋਵੇ, ਉਸ ਨੂੰ ਪਰਮੇਸ਼ਰ ਸਜ਼ਾ ਦੇਵੇਗਾ। ਇੱਥੋਂ ਤੱਕ ਮੇਰਾ ਪ੍ਰਸ਼ਨ ਹੈ, ਭਰਾਵੋ, ਜੇਕਰ ਮੈਂ ਅਜੇ ਵੀ ਸੁੰਨਤ ਦਾ ਪ੍ਰਚਾਰ ਕਰ ਰਿਹਾ ਹਾਂ ਤਾਂ ਫਿਰ ਮੈਨੂੰ ਸਤਾਇਆ ਕਿਉਂ ਜਾ ਰਿਹਾ ਹੈ? ਨਾਲੇ ਜੇਕਰ ਇਹ ਸੱਚ ਹੈ ਤਾਂ ਫਿਰ ਮੇਰਾ ਸਲੀਬ ਦਾ ਪ੍ਰਚਾਰ ਕਿਸੇ ਕੰਮ ਲਈ ਠੋਕਰ ਦਾ ਕਾਰਨ ਬਣਨਾ ਨਹੀਂ ਚਾਹੀਦਾ ਹੈ। ਇਹ ਚੰਗਾ ਹੁੰਦਾ ਕਿ ਜੋ ਲੋਕ ਤੁਹਾਨੂੰ ਗਲਤ ਰਾਹੇ ਪਾ ਰਹੇ ਹਨ, ਉਹ ਆਪਣੇ ਸਰੀਰ ਦਾ ਅੰਗ ਕੱਟ ਲੈਂਦੇ। ਭਰਾਵੋ, ਤੁਸੀਂ ਆਜ਼ਾਦ ਹੋਣ ਦੇ ਲਈ ਸੱਦੇ ਗਏ ਹੋ, ਪਰ ਇਸ ਆਜ਼ਾਦੀ ਨੂੰ ਆਪਣੀਆਂ ਸਰੀਰਕ ਵਾਸ਼ਨਾਵਾਂ ਦੀ ਇੱਛਾ ਪੂਰਤੀ ਦਾ ਹਥਿਆਰ ਨਾ ਬਣਨ ਦਿਓ। ਸਗੋਂ ਪਿਆਰ ਭਾਵਨਾ ਨਾਲ ਇੱਕ ਦੂਜੇ ਦੀ ਸੇਵਾ ਕਰੋ, ਕਿਉਂਕਿ ਸਾਰੀ ਵਿਵਸਥਾ ਇਸ ਇੱਕ ਆਗਿਆ ਵਿੱਚ ਪੂਰੀ ਹੋ ਜਾਂਦੀ ਹੈ। ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਪਿਆਰ ਕਰ। ਪਰ ਜੇਕਰ ਤੁਸੀਂ ਇੱਕ ਦੂਜੇ ਨਾਲ ਲੜਦੇ ਝਗੜਦੇ ਹੀ ਰਹਿਣਾ ਹੈ ਤਾਂ ਸਾਵਧਾਨ, ਇਸ ਤਰ੍ਹਾਂ ਕਿ ਤੁਸੀਂ ਕਿਤੇ ਇੱਕ ਦੂਜੇ ਨੂੰ ਨਾਸ਼ ਹੀ ਨਾ ਕਰ ਦੇਣਾ। ਥੈਂਕ ਯੂ। ਸੁਣ ਜਾਣ ਤੇ ਸਾਰਿਆਂ ਨੂੰ ਸ਼ੀਸ਼ ਇਸ ਵਚਨ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ ਜਿਹੜਾ ਤੂੰ ਸਾਨੂੰ ਦਿੱਤਾ, ਔਰ ਇਸ ਤੋਂ ਸਾਨੂੰ ਸਭ ਨੂੰ ਬਰਕਤ ਮਿਲੇ। ਦੇਖੋ, ਸਭ ਤੋਂ ਪਹਿਲੀ ਚੀਜ਼ ਜਿਹੜੀ ਪ੍ਰਭੂ ਦੇ ਵਚਨ ਦੇ ਵਿੱਚ ਧਿਆਨ ਦੇਣ ਯੋਗ ਆ, ਉਹ ਇਹ ਆ ਕਿ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ ਅਤੇ ਹੁਣ ਅਸੀਂ ਆਜ਼ਾਦ ਹਾਂ, ਇਸ ਲਈ ਸਥਿਰ ਰਹੋ ਅਤੇ ਦੁਬਾਰਾ ਗੁਲਾਮੀ ਦੇ ਜੂਏ ਹੇਠ ਨਾ ਝੁਕੋ। ਇਸ ਲਈ ਸਥਿਰ ਰਹੋ। ਪੰਜਵੇਂ ਭਾਵ ਦੀਆਂ ਜਿਹੜੀਆਂ ਪਹਿਲੀ ਆਇਤ ਆ ਉਹ ਸਾਨੂੰ ਇਹ ਦੱਸਦੀ ਪਈ, ਔਰ ਪ੍ਰਭੂ ਨੇ ਸਾਨੂੰ ਕਿਸ ਤਰ੍ਹਾਂ ਆਜ਼ਾਦ ਕੀਤਾ, ਇਸ ਦੇ ਲਈ ਅਸੀਂ ਵਚਨ ਦੇ ਵਿੱਚ ਮੱਤੀ ਦੇ 11ਵੇਂ ਭਾਵ ਦੇ ਵਿੱਚ ਜਾਵਾਂਗੇ, ਜਿਸ ਨੂੰ ਮਿਲ ਜਾਏ ਪੰਨਾ ਹੈਗਾ 21, ਅਗਰ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਬਾਈਬਲਾਂ, ਨਹੀਂ ਤਾਂ ਮੱਤੀ ਦਾ 11ਵਾਂ ਭਾਵ ਉਸ ਦੀ 25 ਆਇਤ ਤੋਂ ਲੈ ਕੇ ਉਸ ਦੀ 30 ਆਇਤ ਤੱਕ ਜਿਸ ਨੂੰ ਮਿਲ ਜਾਏ ਉਹ ਪੜ੍ਹੋ।
21 ਪੰਨਾ। ਉਸ ਵੇਲੇ ਯਿਸੂ ਨੇ ਕਿਹਾ, ਹੇ ਪਿਤਾ ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੈਨੂੰ ਧੰਨਵਾਦ ਦਿੰਦਾ ਹਾਂ ਕਿ ਤੂੰ ਇਹ ਭੇਤ ਬੁੱਧੀਮਾਨਾਂ ਅਤੇ ਗਿਆਨੀਆਂ ਤੋਂ ਗੁਪਤ ਰੱਖੇ, ਪਰ ਉਹਨਾਂ ਹੀ ਭੇਤਾਂ ਨੂੰ ਸਾਵਧਾਨ ਲੋਕਾਂ ਉੱਤੇ ਪ੍ਰਗਟ ਕੀਤਾ ਹੈ। ਹੇ ਪਿਤਾ, ਤੈਨੂੰ ਇਹੀ ਚੰਗਾ ਲੱਗਾ। ਮੇਰੇ ਪਿਤਾ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ। ਕੋਈ ਨਹੀਂ ਜਾਣਦਾ ਹੈ ਕਿ ਪੁੱਤਰ ਕੌਣ ਹੈ, ਇਹ ਕੇਵਲ ਪਿਤਾ ਹੀ ਜਾਣਦਾ ਹੈ। ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਇਹ ਕੇਵਲ ਪੁੱਤਰ ਹੀ ਜਾਣਦਾ ਹੈ, ਜਾਂ ਉਹ ਆਦਮੀ ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਦਾ ਹੈ। ਤੁਸੀਂ ਜਿਹੜੇ ਥੱਕੇ ਅਤੇ ਭਾਰ ਦੇ ਹੇਠਾਂ ਦੱਬੇ ਹੋਏ ਹੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਮੇਰਾ ਜੂਲਾ ਲਵੋ ਅਤੇ ਆਪਣੇ ਉੱਤੇ ਰੱਖੋ। ਮੇਰੇ ਕੋਲੋਂ ਸਿੱਖੋ ਕਿ ਮੈਂ ਦਿਲ ਦਾ ਨਰਮ ਅਤੇ ਆਤਮਾ ਦਾ ਦੀਨ ਹਾਂ, ਅਤੇ ਤੁਸੀਂ ਆਰਾਮ ਪਾਓਗੇ, ਕਿਉਂਕਿ ਮੇਰਾ ਜੂਲਾ ਸੌਖਾ ਅਤੇ ਮੇਰਾ ਭਾਰ ਹੌਲਾ ਹੈ। ਆਮੀਨ। ਮੇਰਾ ਭਾਰ ਹੌਲਾ ਹੈ। ਸਾਡੇ ਕੋਲ ਤਾਂ ਆਲਰੇਡੀ ਜਿਹੜਾ ਗੱਡਾ ਸੀਗਾ, ਉਹ ਇੱਕ ਤਾਂ ਸਾਡੇ ਪਾਪਾ ਨੇ ਉਹਨੂੰ ਭਾਰਾ ਕੀਤਾ ਸੀ, ਔਰ ਦੂਸਰਾ ਜਿਹੜਾ ਸਾਨੂੰ ਸਿਖਾਉਣ ਵਾਲੇ ਸੀਗੇ, ਜੋ ਸਾਨੂੰ ਦੱਸਣ ਵਾਲੇ ਸੀ, ਜੋ ਸਾਨੂੰ ਕਰਮਾਂ ਦਾ ਨਤੀਜਾ ਦੱਸਦੇ ਸੀਗੇ, ਸਾਨੂੰ ਆਉਣ ਜਾਣ ਦੇ ਚੱਕਰ ਦੇ ਬਾਰੇ ਦੱਸਦੇ ਸੀਗੇ ਕਿ ਇਹ ਤਾਂ ਜੀ ਜਨਮਾਂ ਦੀ ਗੱਲ ਆ, ਇਹ ਤਾਂ ਆਵਣ ਗਾਵਣ ਦਾ ਚੱਕਰ ਆ। ਉਹਨਾਂ ਨੇ ਆਪਣੀਆਂ ਭਰੀਆਂ ਪਾ ਚੱਕ ਕੇ ਤਾਂ ਹੋਰ ਉੱਤੇ ਗੱਡੇ ਤੇ ਰੱਖ ਦਿੱਤੀਆਂ ਸੀ। ਔਰ ਪ੍ਰਭੂ ਦਾ ਸ਼ੁਕਰ ਆ, ਯਿਸੂ ਮਸੀਹ ਦਾ ਸ਼ੁਕਰ ਆ ਕਿ ਉਸਨੇ ਉਸ ਸਲੀਬ ਦੇ ਉੱਤੇ, ਉਸ ਗੱਡੇ ਦੇ ਥੱਲੇ ਆਪਣੀ ਤੌਣ ਦਿੱਤੀ, ਔਰ ਜਿਹੜਾ ਹਲਕਾਪਨ ਸੀ ਉਸਨੇ ਆਪਣਾ ਆਪ ਮੈਨੂੰ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਆਪਣਾ ਆਪ ਮੈਨੂੰ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਇਹ ਮੇਰਾ ਸਰੀਰ, ਇਹ ਮੇਰਾ ਲਹੂ। ਔਰ ਇਸ ਤਰ੍ਹਾਂ ਪ੍ਰਭੂ ਨੇ ਆਪਣਾ ਜਿਹੜਾ ਸੀਗਾ ਹਲਕਾਪਨ ਮੈਨੂੰ ਦਿੱਤਾ ਆ, ਤੇ ਉਹ ਪਿਆਲਾ ਜਿਹੜਾ ਸੀਗਾ ਉਹ ਪੀ ਕੇ ਮੇਰਾ ਭਾਰ ਉਸਨੇ ਚੁੱਕਿਆ। ਸੋ ਇਸ ਕਰਕੇ ਪ੍ਰਭੂ ਦਾ ਬੰਦਾ ਕਹਿ ਰਿਹਾ ਕਿ ਤੁਸੀਂ ਮੁੜ ਕੇ ਹੁਣ ਤੁਸੀਂ ਸਥਿਰ ਰਹੋ, ਪ੍ਰਭੂ ਦੇ ਵਿੱਚ ਬਣੇ ਰਹੋ। ਇਹ ਰਸਤਾ ਨਾ ਤਾਂ ਅਬਰਾਹਮ ਦੇ ਲਈ ਸੌਖਾ ਸੀ, ਨਾ ਇਹ ਸਾਡੇ ਲਈ ਸੌਖਾ ਹੈ। ਸੌਖ ਨਾ ਲੱਭੋ। ਇਸ ਕਰਕੇ ਕਿਉਂਕਿ ਅਸੀਂ ਜਿਹੜੀ ਚੀਜ਼ ਦਾ, ਜਿਹੜਾ ਪ੍ਰਭੂ ਦਾ ਵਚਨ ਜੋ ਅਸੀਂ ਸਿੱਖਦੇ ਪਏ ਆ ਨਾ, ਉਹ ਮੈਂ ਤੁਹਾਨੂੰ ਇੱਕ ਦੋ ਆਇਤਾਂ ਦੇ ਵਿੱਚੋਂ ਨਹੀਂ ਦਿਖਾਉਂਦਾ ਪਿਆ, ਮੈਂ ਤੁਹਾਨੂੰ ਚੈਪਟਰਾਂ ਦੇ ਵਿੱਚ ਵੀ ਦਿਖਾਉਣਾ ਪਿਆ। ਯਿਸੂ ਮਸੀਹ ਦੇ ਜਿਹੜਾ ਪਿੱਛੇ ਚੱਲਣਾ, ਉਹ ਇਹ ਨਹੀਂ ਹੈਗਾ ਜੋ ਕੁਝ ਅਸੀਂ ਅੱਜ ਦੇਖਦੇ ਪਏ ਆ, ਜੋ ਚਰਚਾਂ ਦੇ ਵਿੱਚ ਹੁੰਦਾ ਪਿਆ, ਜਿਹੜੇ ਡਰਾਮੇ ਹੁੰਦੇ ਪਏ। ਪ੍ਰਭੂ ਇਸ ਤਰ੍ਹਾਂ ਕੰਮ ਨਹੀਂ ਕਰਦਾ, ਉਹ ਕੋਈ ਜਾਦੂਗਰ ਨਹੀਂ ਗਾ। ਪ੍ਰਭੂ ਜਿਸ ਲਈ ਕੰਮ ਕਰਦਾ, ਉਸਦੇ ਕੰਮ ਦੇ ਵਿੱਚ ਇੱਕ ਸਥਿਰਤਾ ਹੈ, ਉਸਦਾ ਕੰਮ ਠੋਸ ਹੁੰਦਾ, ਉਹਦਾ ਸ਼ਬਦ ਕਦੀ ਖਾਲੀ ਵਾਪਸ ਨਹੀਂ ਮੁੜਦਾ। ਅਸੀਂ ਆਸ ਦੇ ਨਾਲ ਆਪਣੇ ਪ੍ਰਭੂ ਦੇ ਵੱਲ ਤੱਕਦੇ ਹਾਂ, ਔਰ ਸਾਡੀ ਜਿਹੜੀ ਆਸ ਉਹ ਇਹ ਨਹੀਂ ਹੁੰਦੀ ਕਿ 50% ਹੋ ਵੀ ਸਕਦਾ, 50% ਨਹੀਂ ਵੀ ਹੋ ਸਕਦਾ। ਅਸੀਂ ਆਪਣੀ ਆਸ ਆਪਣੇ ਪ੍ਰਭੂ ਦੇ ਹੱਥਾਂ ਦੇ ਵਿੱਚ ਦਿੱਤੀ ਹੁੰਦੀ ਆ। ਜੇ ਉਹ ਚੀਜ਼ ਮੇਰੇ ਤਰੀਕੇ ਦੇ ਨਾਲ ਮੈਨੂੰ ਨਹੀਂ ਮਿਲਣੀ, ਤਾਂ ਪ੍ਰਭੂ ਨੇ ਮੇਰੇ ਲਈ ਕੁਝ ਹੋਰ ਰੱਖਿਆ ਹੈ, ਜਿਹੜਾ ਉਸ ਤੋਂ ਵੀ ਵਧੀਆ ਹੈ, ਜਿਹੜਾ ਉਸਨੇ ਆਪਣੇ ਹੱਥ ਦੇ ਨਾਲ ਦੇਣਾ। ਉਹ ਇਹ ਕਹਿ ਰਿਹਾ ਕਿ ਜਲਦੀਪਨ ਦੇ ਵਿੱਚ ਤੁਸੀਂ ਕਿਤੇ ਆਪਣਾ ਸਭ ਕੁਝ ਗਵਾ ਨਾ ਲਓ। ਉਸ ਨੀਂਵ ਦੇ ਉੱਤੇ ਜਿਹੜੀ ਮੈਂ ਪਾਈ ਆ, ਉਸ ਨੀਂਵ ਦੇ ਉੱਤੇ ਉਹ ਕਹਿੰਦਾ ਸਥਿਰ ਬਣ ਕੇ ਰਹੋ, ਕਿਉਂਕਿ ਉਹ ਚੱਟਾਨ, ਉਹ ਪ੍ਰਭੂ ਯਿਸੂ ਮਸੀਹ ਦੀ ਚੱਟਾਨ, ਉਹਦੇ ਤੇ ਉਸਾਰੀ ਕਰੋ, ਉਹਦੇ ਤੇ ਉਸਾਰੀ ਕਰੋ। ਔਰ ਹੁਣ ਸਾਨੂੰ ਉਸਨੇ ਅੱਗੇ ਦੱਸਣਾ ਕਿ ਕਿਸ ਤਰ੍ਹਾਂ ਅਸੀਂ ਹੁਣ ਉਹ ਸਭ ਕੁਝ ਉਸਾਰਨਾ। ਸੋ ਜਿਸ ਲਈ ਅਸੀਂ ਦੂਸਰੀ ਵਰਸ ਦੇ ਵਿੱਚ ਆ ਗਏ ਹਾਂ, ਉਸਨੇ ਕਿਹਾ, ਧਿਆਨ ਦੇ ਨਾਲ ਸੁਣੋ, ਮੈਂ ਪੌਲੁਸ ਤੁਹਾਨੂੰ ਦੱਸਦਾ ਹਾਂ, ਜੇਕਰ ਤੁਸੀਂ ਸੁੰਨਤ ਕਰਵਾਓਗੇ ਤੇ ਤੁਹਾਨੂੰ ਮਸੀਹ ਦੇ ਵਿੱਚ ਕੋਈ ਲਾਭ ਨਹੀਂ ਹੋਵੇਗਾ। ਕਿਉਂ? ਕਿਉਂਕਿ ਉਹ ਜਿਹੜਾ ਗੱਡਾ ਆ, ਅਸੀਂ ਮੁੜ ਕੇ ਫੇਰ ਚੁੱਕ ਲਿਆ, ਔਰ ਫਿਰ ਅਸੀਂ ਇਹ ਕਹਿ ਰਹੇ ਹਾਂ ਕਿ ਠੀਕ ਆ, ਤੇਰੇ ਨਾਮ ਦੇ ਵਿੱਚ ਅਸੀਂ ਮੁਕਤੀ ਤਾਂ ਪਾਈ ਆ, ਪਰ ਹੁਣ ਇਸ ਕੰਮ ਨੂੰ ਤੈਨੂੰ ਅਸੀਂ ਪੂਰਾ ਕਰਕੇ ਦਿਖਾਉਣਾ। ਪ੍ਰਭੂ ਇਸ ਤਰ੍ਹਾਂ ਨਹੀਂ ਮੰਗਦਾ। ਪ੍ਰਭੂ ਸਾਡੀ ਕੰਪਲੀਟ ਡਿਪੈਂਡੈਂਸ ਮੰਗਦਾ। ਅਗਰ ਸਾਡੇ ਵਿੱਚ ਬੁਰਾਈ ਵੀ ਹੈਗੀ ਆ,
ਉਸਨੂੰ ਆਪਣੇ ਤਰੀਕੇ ਦੇ ਨਾਲ ਖਤਮ ਨਾ ਕਰੋ, ਉਸਨੂੰ ਕਹੋ ਪ੍ਰਭੂ ਦੇ ਹੱਥਾਂ 'ਚ ਦਿਓ, ਉਸਨੂੰ ਕਹੋ ਪ੍ਰਭੂ ਤੂੰ ਮੈਨੂੰ ਗਾਈਡ ਕਰ। ਫਿਰ ਇੱਕ ਚੀਜ਼ ਹੋਏਗੀ, ਕਦੀ ਉਸਦਾ ਮਾਣ ਨਹੀਂ ਹੋਏਗਾ ਸਾਨੂੰ, ਸਾਰੀ ਉਮਰ ਅਸੀਂ ਉਹੀ ਸੁਣਾਉਂਦੇ ਰਵਾਂਗੇ, ਉਹਦਾ ਕਮਾਂਡ ਹੋਏਗਾ ਸਾਡੇ। ਜਿੰਨੀ ਬੁਰਾਈ ਪ੍ਰਭੂ ਨੇ ਕੱਢੀ ਆ ਮੇਰੇ ਵਿੱਚੋਂ, ਮੈਂ ਇਹੀ ਕਹੂੰਗਾ ਮੇਰੇ ਪ੍ਰਭੂ ਨੇ ਕੱਢੀ ਆ, ਉਹਦੇ ਵਿੱਚ ਮੇਰਾ ਕੱਖ ਨਹੀਂ। ਮੈਂ ਨਹੀਂ ਉੱਥੋਂ ਇੱਕ ਕਦਮ ਵੀ ਪਿੱਛੇ ਅੱਗੇ ਤੁਰ ਸਕਦਾ ਸੀ, ਉਹ ਮੈਨੂੰ ਲੈ ਕੇ ਗਿਆ ਇੱਕ ਇੱਕ ਕਦਮ ਉਸਨੇ ਮੈਨੂੰ ਗਾਈਡ ਕੀਤਾ, ਪਰ ਉਸਦੀ ਰਹਿਮ ਹੋਈ ਆ, ਔਰ ਹਾਲੇ ਵੀ ਹੈਗੀ ਆ। ਔਰ ਉਹ ਵੀ ਕਿਉਂਕਿ ਉਸਨੇ ਪਹਿਲਾਂ ਕੰਮ ਕੀਤਾ, ਔਰ ਜਿਹੜੀ ਹੋਣਾ ਬਾਕੀ ਦੀ, ਮੈਨੂੰ ਪੂਰਾ ਯਕੀਨ ਆ ਕਿ ਮੇਰਾ ਪ੍ਰਭੂ ਉਹ ਬਿਲਕੁਲ ਆਪਣੇ ਤਰੀਕੇ ਦੇ ਨਾਲ ਮੈਨੂੰ ਗਾਈਡ ਕਰਕੇ ਤਾਂ ਉਸ ਰਸਤੇ, ਉਸ ਚਿੱਕੜ ਦੇ ਵਿੱਚੋਂ ਵੀ ਕੱਢ ਕੇ ਲੈ। ਇਸ ਕਰਕੇ ਉਹ ਸਾਨੂੰ ਕਹਿ ਰਿਹਾ, ਇੱਕ ਵਾਰੀ ਫਿਰ ਮੈਂ ਹਰ ਇੱਕ ਨੂੰ ਸੁਨਤ ਕਰਵਾਉਣ ਵਾਲੇ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਸ ਲਈ ਵਿਵਸਥਾ ਵਿੱਚ ਲਿਖੀ ਹਰ ਇੱਕ ਗੱਲ ਨੂੰ ਪੂਰਾ ਕਰਨਾ ਜ਼ਰੂਰੀ ਹੈ, ਔਰ ਉਹ ਆਪਣੀ ਤਾਕਤ ਦੇ ਨਾਲ, ਪ੍ਰਭੂ ਦੀ ਤਾਕਤ ਦੇ ਨਾਲ ਨਹੀਂ, ਆਪਣੀ ਤਾਕਤ ਦੇ ਨਾਲ। ਤੁਸੀਂ ਜੋ ਵਿਵਸਥਾ ਦੁਆਰਾ ਪਰਮੇਸ਼ਰ ਦੇ ਨਾਲ ਆਪਣਾ ਸੰਬੰਧ ਉਚਿਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਮਸੀਹ ਤੋਂ ਦੂਰ ਹੋ ਚੁੱਕੇ ਹੋ, ਕਿਉਂਕਿ ਇਸੇ ਕਰਕੇ ਤਾਂ ਮਸੀਹ ਆਇਆ। ਇਹ ਭਾਰ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ। ਮੇਰਾ ਜੂੜਾ ਆਪਣੇ ਤੇ, ਕਿਉਂਕਿ ਉਹ ਸੌਖਾ, ਉਹ ਤੁਹਾਨੂੰ ਆਰਾਮ ਦੇਗਾ, ਉਹ ਤੁਹਾਨੂੰ ਕੱਢ ਕੇ ਲੈ ਕੇ ਜਾਏਗਾ, ਉਹ ਮੈਨੂੰ ਕੱਢ ਕੇ ਲੈ ਕੇ ਜਾਏਗਾ। ਤੁਸੀਂ ਪਰਮੇਸ਼ਰ ਦੀ ਕਿਰਪਾ ਖੇਤਰ ਦੇ ਵਿੱਚੋਂ ਵੀ ਬਾਹਰ ਹੋ ਚੁੱਕੇ ਹੋ। ਕਿਉਂ? ਕਿਉਂਕਿ ਹੁਣ ਅਸੀਂ ਕੰਮਾਂ ਦੇ ਦੁਆਰਾ ਆਪਣੇ ਆਪ ਨੂੰ, ਬਾਕੀ ਅਸੀਂ ਕੰਮਾਂ ਦੇ ਦੁਆਰਾ ਕਰਨਾ ਮੰਗਦੇ। It won't work. It won't work. ਜਿੱਥੋਂ ਤੱਕ ਸਾਡਾ ਸਵਾਲ ਹੈ, ਇਹ ਪਵਿੱਤਰ ਆਤਮਾ ਹੈ ਜੋ ਸਾਨੂੰ ਆਸ਼ਾ ਬਣਾਉਂਦਾ ਹੈ ਕਿ ਅਸੀਂ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਦੇ ਨਾਲ ਆਪਣਾ ਉਚਿਤ ਸੰਬੰਧ ਦੀ ਆਸ ਰੱਖੀਏ। ਉਹ ਸਾਨੂੰ ਹੋਪ ਦਿੰਦਾ, ਉਮੀਦ ਦਿੰਦਾ, ਕਿਉਂਕਿ ਜਦੋਂ ਅਸੀਂ ਮਸੀਹ ਦੀ ਸੰਗਤ ਦੇ ਵਿੱਚ ਹੁੰਦੇ ਹਾਂ ਤਾਂ ਸੁੰਨਤ ਜਾਂ ਅਸੁੰਨਤ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ, ਕੇਵਲ ਵਿਸ਼ਵਾਸ ਦੀ ਹੁੰਦੀ ਹੈ ਜੋ ਪਿਆਰ ਦੇ ਰਾਹੀਂ ਆਉਂਦਾ। ਔਰ ਇਹ ਪਿਆਰ ਕੌਣ ਦਿੰਦਾ ਸਾਨੂੰ? ਮੇਰੇ ਨਾਲ ਰੋਮਨਸ ਦੇ ਵਿੱਚ ਆ ਜਾਓ, ਅਸੀਂ ਉਸ ਦਾ 5ਵਾਂ ਭਾਵ ਉਸ ਦੀ 1 ਤੋਂ 11 ਆਇਤ ਤੱਕ ਦੇਖਾਂਗੇ, ਔਰ ਪੰਨਾ ਹੈ 272 ਪੰਨਾ, ਰੋਮਨਸ ਉਸ ਦਾ 5ਵਾਂ ਭਾਵ। ਚੇਲਿਆਂ ਦੇ ਕਿਤਾਬ ਤੋਂ ਬਾਅਦ ਰੋਮਨਸ ਆਉਂਦੀ ਹੈ। 5ਵਾਂ ਭਾਵ 1 ਤੋਂ ਲੈ ਕੇ 11 ਆਇਤ ਤੱਕ ਜਿਸ ਨੂੰ ਮਿਲ ਜਾਏ ਉਹ। ਮੈਂ ਪੜ੍ਹ ਦੇਣੀ ਪਾਸਟਰ ਜੀ। ਉਚਿਤ ਠਹਿਰਾਏ ਜਾਣ ਦੇ ਨਤੀਜੇ। ਵਿਸ਼ਵਾਸ ਦੇ ਦੁਆਰਾ ਸਾਡਾ ਪਰਮੇਸ਼ਵਰ ਨਾਲ ਉਚਿਤ ਸੰਬੰਧ ਸਥਾਪਿਤ ਕੀਤਾ ਗਿਆ ਹੈ। ਇਸ ਲਈ ਸਾਡੇ ਪ੍ਰਭੂ ਯਿਸੂ ਦੇ ਰਾਹੀਂ ਪਰਮੇਸ਼ਵਰ ਦੇ ਨਾਲ ਸਾਡਾ ਮੇਲ ਹੈ। ਮਸੀਹ ਦੇ ਰਾਹੀਂ ਹੀ ਵਿਸ਼ਵਾਸ ਦੁਆਰਾ ਅਸੀਂ ਪਰਮੇਸ਼ਵਰ ਦੀ ਕਿਰਪਾ ਤੱਕ ਪਹੁੰਚੇ, ਜਿਸ ਵਿੱਚ ਅਸੀਂ ਇਸ ਵੇਲੇ ਖੜੇ ਹਾਂ। ਸੋ ਆਓ ਅਸੀਂ ਪਰਮੇਸ਼ਵਰ ਦੀ ਮਹਿਮਾ ਦੇ ਹਿੱਸੇਦਾਰ ਹੋਣ ਦੀ ਉਮੀਦ ਦੇ ਲਈ ਖੁਸ਼ੀ ਮਨਾਈਏ। ਕੇਵਲ ਇਸੇ ਦੇ ਲਈ ਹੀ ਨਹੀਂ, ਸਗੋਂ ਆਪਣਿਆਂ ਹੋਣ ਦੇ ਦੁੱਖਾਂ ਦੇ ਲਈ ਵੀ ਖੁਸ਼ੀ ਮਨਾਈਏ, ਇਹ ਜਾਣਦੇ ਹੋਏ ਕਿ ਦੁੱਖ ਧੀਰਜ ਉਤਪੰਨ ਕਰਦੇ ਹਨ। ਧੀਰਜ ਤੋਂ ਸਾਡੇ ਵਿਸ਼ਵਾਸ ਦੀ ਮਜ਼ਬੂਤੀ ਦਾ ਸਬੂਤ ਮਿਲਦਾ ਹੈ ਅਤੇ ਇਸ ਤੋਂ ਉਮੀਦ ਪੈਦਾ ਹੁੰਦੀ ਹੈ। ਇਹ ਉਮੀਦ ਸਾਨੂੰ ਬੇਉਮੀਦ ਨਹੀਂ ਹੋਣ ਦਿੰਦੀ, ਕਿਉਂਕਿ ਪਵਿੱਤਰ ਆਤਮਾ ਦੁਆਰਾ ਜੋ ਸਾਨੂੰ ਮਿਲਿਆ ਹੈ, ਪਰਮੇਸ਼ਵਰ ਦਾ ਪਿਆਰ ਸਾਡੇ ਮਨਾਂ ਵਿੱਚ ਭਰ ਦਿੱਤਾ ਗਿਆ ਹੈ। ਜਦੋਂ ਅਜੇ ਅਸੀਂ ਕਮਜ਼ੋਰ ਹੀ ਸਾਂ ਤਾਂ ਮਸੀਹ ਸਾਡੇ ਲਈ, ਜਿਹੜੇ ਪਾਪੀ ਸਾਂ, ਠੀਕ ਠਹਿਰਾਏ ਹੋਏ ਸਮੇਂ ਤੇ ਮੋਏ। ਸਾਡੇ ਵਿੱਚੋਂ ਕਿਸੇ ਦਾ ਇੱਕ ਨੇਕ ਦੇ ਲਈ ਮਰਨਾ ਕਠਿਨ ਹੈ। ਹਾਂ, ਇਹ ਹੋ ਸਕਦਾ ਹੈ ਕਿ ਕੋਈ ਕਿਸੇ ਭਲੇ ਆਦਮੀ ਦੇ ਲਈ ਮਰਨ ਦਾ ਹੀਆ ਕਰੇ, ਪਰ ਪਰਮੇਸ਼ਵਰ ਨੇ ਆਪਣੇ ਪਵਿੱਤਰ ਪਿਆਰ ਦਾ ਜੋ ਉਹ ਸਾਡੇ ਨਾਲ ਰੱਖਦਾ ਹੈ, ਇਹ ਸਬੂਤ ਦਿੱਤਾ ਕਿ ਜਦੋਂ ਅਸੀਂ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਏ। ਮਸੀਹ ਦੇ ਖੂਨ ਦੀ ਕੁਰਬਾਨੀ ਦੁਆਰਾ ਹੀ ਸਾਡਾ ਪਰਮੇਸ਼ਵਰ ਦੇ ਨਾਲ ਉਚਿਤ ਸੰਬੰਧ ਸਥਾਪਿਤ ਹੋਇਆ ਹੈ। ਇਸ ਲਈ ਅਸੀਂ ਮਸੀਹ ਦੁਆਰਾ ਹੀ ਅੰਤਮ ਸਜ਼ਾ ਤੋਂ ਵੀ ਜ਼ਰੂਰ ਬਚਾਂਗੇ। ਅਸੀਂ ਪਰਮੇਸ਼ਵਰ ਦੇ ਵਿਰੋਧੀ ਸਾਂ, ਪਰ ਉਸਨੇ ਆਪਣੇ ਪੁੱਤਰ ਦੀ ਮੌਤ ਦੁਆਰਾ ਸਾਡੇ ਨਾਲ ਮੇਲ ਕੀਤਾ ਅਤੇ ਉਸ ਤੋਂ ਵੀ ਵੱਧ ਅਸੀਂ ਮਸੀਹ ਦੇ ਜੀਵਨ ਦੁਆਰਾ ਬਚਾਏ ਜਾਵਾਂਗੇ।
ਪਰ ਇਹੀ ਕਾਫੀ ਨਹੀਂ, ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੁਆਰਾ ਜਿਸ ਦੇ ਰਾਹੀਂ ਸਾਡਾ ਮੇਲ ਹੋਇਆ ਹੈ, ਪਰਮੇਸ਼ਵਰ ਵਿੱਚ ਅਤ ਆਨੰਦਿਤ ਹਾਂ। ਅਤ ਆਨੰਦਿਤ ਹਾਂ। ਦੇਖੋ ਪ੍ਰਭੂ ਦੇ ਵਚਨ ਦੇ ਵਿੱਚ ਕਿੰਨਾ ਸੋਹਣਾ, ਕਿੰਨੇ ਸੋਹਣੇ ਤਰੀਕੇ ਦੇ ਨਾਲ ਪ੍ਰਭੂ ਦੇ ਬੰਦੇ ਨੇ ਸਾਨੂੰ ਉਹ ਸਾਰਾ ਸਮਝਾਇਆ ਕਿ ਇਹ ਪਿਆਰ ਆ, ਪਰ ਪਿਆਰ ਕਿੱਥੋਂ ਮਿਲਦਾ? ਪਿਆਰ ਉੱਥੋਂ ਮਿਲਦਾ ਜਿਸ ਵੇਲੇ ਉਸਨੇ ਕਿਹਾ ਕਿ ਵਿਸ਼ਵਾਸ ਦੇ ਦੁਆਰਾ ਸਾਡਾ ਜਿਹੜਾ ਸੰਬੰਧ ਉਚਿਤ ਕੀਤਾ ਗਿਆ ਪਰਮੇਸ਼ਰ ਦੇ ਨਾਲ, ਔਰ ਉਹੀ ਸਾਡਾ ਮੇਲ। ਵਿਸ਼ਵਾਸ ਨੇ ਸਾਡਾ ਮੇਲ ਕਰਾਇਆ, ਔਰ ਮਸੀਹ ਦੇ ਰਾਹੀਂ ਵਿਸ਼ਵਾਸ ਦੇ ਦੁਆਰਾ ਅਸੀਂ ਪਰਮੇਸ਼ਰ ਦੀ ਕਿਰਪਾ ਤੱਕ ਪਹੁੰਚੇ। ਸੋ ਪਰਮੇਸ਼ਰ ਦੀ ਕਿਰਪਾ ਤੱਕ ਮੈਂ ਆਪਣੀਆਂ ਕੰਮਾਂ ਦੇ ਨਾਲ ਨਹੀਂ ਪਹੁੰਚਾ, ਕਿਉਂਕਿ ਉਹ ਘਮੰਡ ਪੈਦਾ ਕਰਦੇ, ਔਰ ਘਮੰਡ ਜਿਹੜਾ ਆ ਉਹ ਸਭ ਤੋਂ ਵੱਡਾ ਸਾਡਾ ਵੈਰੀ, ਕਿਉਂਕਿ ਉਹ ਮੈਂ ਕਹਿੰਦਾ ਕਿ ਮੈਂ ਕੀਤਾ, ਲੇਕਿਨ ਕਰਨ ਵਾਲਾ ਐਕਚੁਅਲੀ ਇੱਕੋ ਹੀ। ਜਿਸ ਵੇਲੇ ਕੁਝ ਵੀ ਨਹੀਂ ਸੀ ਤਾਂ ਉਸ ਵੇਲੇ ਕਰਨਾ ਸ਼ੁਰੂ ਕੀਤਾ ਸੀ, ਉਹੀ ਕਰਨ ਵਾਲਾ ਸਾਰਾ ਕੁਝ, ਜਿਸਨੇ ਮੈਨੂੰ ਬਣਾਇਆ ਔਰ ਆਪਣਾ ਸਾਹ ਫੂਕ ਕੇ ਮੈਨੂੰ ਜਿਉਂਦਾ ਕੀਤਾ, ਉਹ ਅਸਲੀ ਕਰਨ ਵਾਲਾ ਹੈ। ਔਰ ਦੇਖੋ ਕੀ ਕਹਿ ਰਿਹਾ ਪ੍ਰਭੂ ਦਾ ਵਚਨ, ਮਸੀਹ ਦੇ ਰਾਹੀਂ ਵਿਸ਼ਵਾਸ ਦੇ ਦੁਆਰਾ ਅਸੀਂ ਪਰਮੇਸ਼ਰ ਦੀ ਕਿਰਪਾ ਤੱਕ ਪਹੁੰਚੇ ਹਾਂ, ਜਿਸ ਵਿੱਚ ਅਸੀਂ ਇਸ ਵੇਲੇ ਖੜੇ ਹਾਂ। ਸੋ ਆਓ ਪਰਮੇਸ਼ਰ ਦੀ ਮਹਿਮਾ ਦੇ ਹਿੱਸੇਦਾਰ ਹੋਣ ਦੀ ਉਮੀਦ ਦੇ ਲਈ ਖੁਸ਼ੀ ਮਨਾਈਏ। ਇੱਕ ਮਹਿਮਾ ਅਸੀਂ ਆਪ ਪੈਦਾ ਕਰਦੇ ਹਾਂ, ਇੱਕ ਉਹਦੀ ਮਹਿਮਾ। ਲੇਕਿਨ ਮੈਂ ਉਧਰਲੇ ਪਾਸੇ ਨੂੰ ਜਾਣਾ ਨਹੀਂ ਮੰਗਦਾ, ਮੈਂ ਇਸ ਵਿਚਾਰ ਦੇ ਵਿੱਚ ਟਿਕਿਆ ਰਹਿਣਾ ਮੰਗਦਾ। ਕੇਵਲ ਇਸੇ ਲਈ ਹੀ ਨਹੀਂ, ਸਗੋਂ ਆਪਣੀਆਂ ਹੁਣ ਦੇ ਦੁੱਖਾਂ ਦੇ ਲਈ ਵੀ ਖੁਸ਼ੀ ਮਨਾਈ। ਇੱਥੋਂ ਸਟਾਰਟ ਹੁੰਦਾ ਸਾਰਾ ਕੁਝ, ਇੱਥੋਂ ਸਟਾਰਟ। ਕੀ ਮੈਂ ਦੁੱਖਾਂ ਦੇ ਵਿੱਚ ਆਪਣੇ ਰਸਤੇ ਲੱਭਦਾ ਪਿਆ, ਜਾਂ ਮੈਨੂੰ ਲੋਕ ਕਹਿੰਦੇ ਉਹ ਉੱਧਰ ਦੌੜ ਜਾ, ਮੈਂ ਉੱਥੇ ਦੌੜ ਗਿਆ, ਇੱਧਰ ਨੂੰ ਚਲ ਜਾ, ਇੱਥੇ ਚਲ ਗਿਆ, ਉਸ ਪਾਸਟਰ ਕੋਲੋਂ ਦੁਆ ਕਰਾ ਕੇ ਲਿਆ, ਇਹਦੇ ਕੋਲੋਂ ਦੁਆ ਕਰਾ ਕੇ ਲਿਆ, ਮੈਂ ਉੱਧਰ ਨੂੰ ਦੌੜ ਗਿਆ। ਕਿ ਜਾਣਾ ਪ੍ਰਭੂ ਨੇ ਜਿੱਥੇ ਮੈਨੂੰ ਰੱਖਿਆ ਆ, ਮੈਂ ਉੱਥੇ ਹਾਂ। ਉੱਥੇ ਇੱਕ ਸਮੂਹਕ ਜਿਹੜੇ ਭੈਣ ਭਰਾ ਆ, ਜਿਹੜਾ ਸਰੀਰ ਆ ਪੂਰਾ, ਉਹ ਸਾਡੇ ਨਾਲ ਖੜਾ। ਇੱਕ ਮੇਰਾ ਰਿਸ਼ਤਾ ਸਮੂਹਕ ਆਪਣੇ ਗਰੁੱਪ ਦੇ ਨਾਲ, ਇੱਕ ਮੇਰਾ ਰਿਸ਼ਤਾ ਜਿਹੜਾ ਸਿੱਧਾ ਬਾਪ ਦੇ ਨਾਲ। ਸਾਡੇ ਦੋ ਰਿਸ਼ਤੇ ਪ੍ਰਭੂ ਦੇ, ਇੱਕ ਐਜ਼ ਅ ਬਾਡੀ ਆਫ, ਜਿਹੜਾ ਅਸੀਂ ਪ੍ਰਭੂ ਦੇ ਵਿੱਚ ਇੱਕ ਸਰੀਰ ਆ, ਸਾਡੇ ਜਿਹੜੇ ਭੈਣ ਭਰਾ ਸਾਡੇ ਆਲੇ ਦੁਆਲੇ, ਜਿੱਥੇ ਪ੍ਰਭੂ ਨੇ ਸਾਨੂੰ ਸਥਾਪਿਤ ਕੀਤਾ। ਉਹ ਦੂਸਰਾ ਸਾਡਾ ਇੱਕ ਆਪਣਾ ਰਿਸ਼ਤਾ ਪ੍ਰਭੂ ਦੇ ਨਾਲ। ਸੋ ਉਸ ਦੁੱਖ ਦੇ ਵਿੱਚ ਅਸੀਂ ਸਮੂਹਕ ਤੌਰ ਤੇ ਪ੍ਰਭੂ ਦੇ ਕੋਲ ਜਾਂਦੇ ਹਾਂ, ਲੇਕਿਨ ਅਸੀਂ ਇਕੱਲੇ ਨਹੀਂ ਜਾਂਦੇ। ਸੋ ਜਿਹੜਾ ਉਹ ਦੁੱਖ ਦੇ ਵਿੱਚੋਂ ਧੀਰਜ ਦੇ ਵਿੱਚੋਂ ਵਿਸ਼ਵਾਸ ਦੇ ਵਿੱਚ ਮਜ਼ਬੂਤੀ ਆਉਂਦੀ ਆ, ਔਰ ਉਹ ਜਿਹੜਾ ਵਿਸ਼ਵਾਸ ਉਹਦੇ ਤੋਂ ਉਮੀਦ ਪੈਦਾ ਹੁੰਦੀ ਆ। ਔਰ ਫਿਰ ਉਹ ਕਹਿੰਦਾ ਇਹ ਉਮੀਦ ਸਾਨੂੰ ਬੇਉਮੀਦ ਨਹੀਂ ਹੋਣ ਦਿੰਦੀ। ਕਿਉਂ ਨਹੀਂ ਹੋਣ ਦਿੰਦੀ? ਕਿਉਂਕਿ ਉੱਥੋਂ ਸਾਨੂੰ ਇੱਕ ਚੀਜ਼ ਮਿਲਦੀ ਆ, ਔਰ ਉਹ ਹੈ ਪਰਮੇਸ਼ਰ, ਪ੍ਰਭੂ ਦੇ ਆਤਮਾ ਦੀ ਹਜ਼ੂਰੀ। ਜਿਸ ਵੇਲੇ ਅਸੀਂ ਪੂਰੀ ਉਮੀਦ ਦੇ ਨਾਲ, ਜਿਸ ਵੇਲੇ ਪੂਰੀ ਅਸੀਂ ਆਪਣੇ ਵਿਸ਼ਵਾਸ ਦੇ ਨਾਲ ਪ੍ਰਭੂ ਦੇ ਹਜ਼ੂਰੀ ਦੇ ਵਿੱਚ ਉਸ ਲਈ ਬੈਠੇ ਹੋ, ਤੇ ਉੱਥੋਂ ਸਾਨੂੰ ਇੱਕ ਧੀਰਜ ਮਿਲਦੀ ਹੈ। ਉਹ ਧੀਰਜ ਪ੍ਰਭੂ ਦੀ ਹੁੰਦੀ ਹੈ, ਸਾਨੂੰ ਧੀਰਜ ਦਿੰਦਾ ਉੱਥੇ। ਉਸ ਧੀਰਜ ਤੋਂ ਸਾਡੀ ਉਮੀਦ ਪੈਦਾ ਹੁੰਦੀ ਹੈ। ਉਹ ਜਿਹੜੀ ਉਮੀਦ ਆ ਉਹ ਸਾਨੂੰ ਬੇਉਮੀਦ ਨਹੀਂ ਹੋਣ ਦਿੰਦੀ। ਕਿਉਂਕਿ ਉਸ ਲਈ ਪ੍ਰਭੂ ਦੇ ਆਤਮਾ ਦੀ ਹਜ਼ੂਰੀ ਸਾਡੇ ਨਾਲ ਹੁੰਦੀ ਹੈ, ਸਾਡੇ ਅੰਦਰ ਬਾਪ ਦੀ ਨਿਗਾਹ ਬਣ ਹੁੰਦੀ ਹੈ। ਪੈਰਾਂ ਦੇ ਵਿੱਚ ਜਿੱਧਰ ਦੀ ਬੇਟੇ ਨੇ ਲੈ ਕੇ ਜਾਣਾ ਉਹ ਰਸਤਾ, ਉਹਦਾ ਚਾਰ ਚਫੇਰੇ ਘੇਰਾ ਹੁੰਦਾ, ਔਰ ਉਹਦੇ ਤੋਂ ਇੱਕ ਚੀਜ਼ ਪੈਦਾ ਹੁੰਦੀ ਹੈ। ਕਿਉਂਕਿ ਪਵਿੱਤਰ ਆਤਮਾ ਜੋ ਸਾਨੂੰ ਮਿਲਿਆ ਹੈ, ਪਰਮੇਸ਼ਰ ਦੇ ਪਿਆਰ ਸਾਡੇ ਮਨਾਂ ਦੇ ਵਿੱਚ ਭਰ ਦਿੱਤਾ ਜਾਂਦਾ। ਉਹ ਬਾਪ ਦੇ ਨਾਲ ਇੱਕ ਪਿਆਰ, ਔਰ ਉਸ ਪਿਆਰ ਦੇ ਵਿੱਚ ਸਾਡਾ ਸਾਰੇ ਦਾ ਸਾਰਾ ਬੀਇੰਗ ਜਿਹੜਾ ਨਾ ਉਹ ਭਰ ਜਾਂਦਾ। ਉਹ ਦਿੰਦਾ ਆ।
क्यों? हुण एक तां ये छोटी मुसीबत जो मेरी अज दी मुसीबत ओह आ, पर एक मेरी सदीपक मुसीबत भी सीगी। ਉਹਦੇ ਲਈ ਹੁਣ ਸਾਨੂੰ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਕਿ ਤੂੰ ਆਪਣੀ ਅੱਜ ਦੀ ਮੁਸੀਬਤ ਤੋਂ ਨਾ ਡਰ, ਤੂੰ ਸੋਚ ਉਹ ਜਿਹੜੀ ਮੁਸੀਬਤ ਤੇਰੇ ਪਿੱਛੇ ਆਦਮ ਦੇ ਸਮੇਂ ਦੀ ਚੱਲੀ ਹੋ, ਉਹਦੇ ਨਾਲ ਪ੍ਰਭੂ ਨੇ ਕੀ ਕੀਤਾ। ਕਹਿੰਦਾ ਜਦੋਂ ਅਸੀਂ ਕਮਜ਼ੋਰ ਹੀ ਸਾਂ ਤਾਂ ਮਸੀਹ ਸਾਡੇ ਲਈ ਜਿਹੜੇ ਪਾਪੀ ਸਨ ਠੀਕ ਠਹਿਰਾਏ ਹੋਏ ਸਮੇਂ ਤੇ ਸਾਡੇ ਵਿੱਚੋਂ ਕਿਸੇ ਇੱਕ ਨੇਕ ਦੇ ਲਈ ਮਰਨਾ ਕਠਿਨ ਹੈ। ਹਾਂ, ਇਹ ਹੋ ਸਕਦਾ ਹੈ ਕਿ ਕੋਈ ਕਿਸੇ ਭਲੇ ਆਦਮੀ ਦੇ ਲਈ ਮਰਨ ਦਾ ਕੀਆ ਕਰੇ, ਪਰ ਪਰਮੇਸ਼ਵਰ ਨੇ ਆਪਣੇ ਪਵਿੱਤਰ ਪਿਆਰ ਦਾ ਕਿੱਦਾਂ ਕੀਤਾ ਉਸਨੇ? ਪਰਮੇਸ਼ਵਰ ਨੇ ਆਪਣੇ ਪਵਿੱਤਰ ਪਿਆਰ ਦਾ ਜੋ ਸਾਡੇ ਨਾਲ ਰੱਖਦਾ ਹੈ ਇਹ ਸਬੂਤ ਦਿੱਤਾ ਕਿ ਜਦੋਂ ਅਸੀਂ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ मोए। मसीह दा खून दी कुर्बानी, बलि दी गल आ गई, शहीदी दी गल नहीं। कुर्बानी दे विच ते शहीदी दे विच बहुत बड़ा फर्क है। कुर्बानी द्वारा साडा परमेश्वर दे नाल उचित संबंध स्थापित होया है, इसलिए असीं मसीह द्वारा अंतिम सजा तो भी जरूर बचांगे। असी परमेश्वर दे विरोधी सां, पर उसने अपने पुत्र दी मौत द्वारा साडे नाल मेल कीता है अते उस तो भी वध असी मसीह दे जीवन द्वारा बचाए जावांगे। पर यही काफी नहीं है। असी अपने प्रभु यसु मसीह दे द्वारा जिस दे राही साडा मेल होया है परमेश्वर दे विच अत आनंदित हां। प्रभु दा प्यार जिहड़ा सानू बख्शिया गया और प्रभु दी किरपा सानू बख्शी गई, प्रभु दा आत्मा सानू बख्शिया गया। मेरे नाल 16वां भाग देखो ते प्रभु यसु मसीह ने कहा कि यह आत्मा तुहानू क्यों दिता जा रहा, पवित्र आत्मा तुहाडे नाल किस तरीके दे नाल काम करेगा। यूहन्ना दा 16वां भाग बड़ा प्यारा हिस्सा है, बड़ा मन नूं चैन मिलदी जिसले इन्हां हिस्सियां नूं असीं देखदे हां। 16वां भाग कोई जाना इसदी एक आयत तो असीं पढ़ लेंगे, एक आयत तो लैके 15 आयत तक कोई जाना पढ़े, जिसनूं भी मिल जाए। पन्ना हैगा 195। मैं पढ़ दियां मास्टर जी? जी। मैं ਤੁਹਾਨੂੰ ਇਹ ਇਸ ਲਈ ਦੱਸ ਦਿੱਤਾ ਹੈ ਕਿ ਤੁਸੀਂ ਠੋਕਰ ਨਾ ਖਾਓ। ਉਹ ਤੁਹਾਨੂੰ ਪ੍ਰਾਰਥਨਾ ਘਰਾਂ ਵਿੱਚੋਂ ਛੇਕ ਦੇਣਗੇ, ਇੱਥੋਂ ਤੱਕ ਕਿ ਤੁਹਾਨੂੰ ਕਤਲ ਕਰਨ ਵਾਲਾ ਸਮਝੇਗਾ ਕਿ ਉਹ ਪਰਮੇਸ਼ਰ ਦੀ ਸੇਵਾ ਕਰ ਰਿਹਾ ਹੈ। ਇਹ ਕੰਮ ਉਹ ਇਸ ਲਈ ਕਰਨਗੇ ਕਿ ਨਾ ਤਾਂ ਉਹਨਾਂ ਨੂੰ ਪਿਤਾ ਨੂੰ ਪਛਾਣਿਆ ਹੈ ਤੇ ਨਾ ਹੀ ਮੈਨੂੰ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਕਹੀਆਂ ਹਨ ਕਿ ਜਦੋਂ ਇਹਨਾਂ ਦਾ ਵੇਲਾ ਆਵੇ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹਨਾਂ ਬਾਰੇ ਦੱਸ ਦਿੱਤਾ ਹੈ। ਪਵਿੱਤਰ ਆਤਮਾ ਦਾ ਕੰਮ ਮੈਂ ਤੁਹਾਨੂੰ ਆਰੰਭ ਤੋਂ ਇਹ ਗੱਲਾਂ ਨਾ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ, ਪਰ ਹੁਣ ਮੈਂ ਆਪਣੇ ਘੱਲਣ ਵਾਲੇ ਦੇ ਕੋਲ ਜਾ ਰਿਹਾ ਹਾਂ। ਪਰ ਤੁਹਾਡੇ ਵਿੱਚੋਂ ਕਿਸੇ ਨੇ ਮੇਰੇ ਤੋਂ ਨਹੀਂ ਪੁੱਛਿਆ ਤੂੰ ਕਿੱਥੇ ਜਾ ਰਿਹਾ ਹੈ, ਕਿਉਂਕਿ ਹੁਣ ਮੈਂ ਤੁਹਾਨੂੰ ਇਹ ਗੱਲਾਂ ਦੱਸ ਦਿੱਤੀਆਂ ਹਨ, ਇਸ ਲਈ ਤੁਹਾਡਾ ਦਿਲ ਸ਼ੋਕ ਨਾਲ ਭਰ ਗਿਆ ਹੈ। ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਤੁਹਾਡੇ ਲਈ ਲਾਭਵੰਦ ਹੈ, ਕਿ ਮੈਂ ਜਾ ਰਿਹਾ ਹਾਂ, ਕਿਉਂਕਿ ਜੇਕਰ ਮੈਂ ਨਾ ਜਾਵਾਂ ਤਾਂ ਮਦਦਗਾਰ ਤੁਹਾਡੇ ਕੋਲ ਨਹੀਂ ਆਏਗਾ, ਪਰ ਜੇਕਰ ਮੈਂ ਜਾਵਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲਾਂਗਾ। ਜਦੋਂ ਉਹ ਆਏਗਾ ਤਾਂ ਉਹ ਦੁਨੀਆ ਨੂੰ ਪਾਪ ਦੇ ਬਾਰੇ, ਧਾਰਮਿਕਤਾ ਦੇ ਬਾਰੇ ਅਤੇ ਨਿਆਂ ਦੇ ਬਾਰੇ ਦੋਸ਼ੀ ਸਿੱਧ ਕਰੇਗਾ। ਪਾਪ ਦੇ ਬਾਰੇ ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ, ਧਾਰਮਿਕਤਾ ਦੇ ਬਾਰੇ ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਅਤੇ ਥੋੜੀ ਦੇਰ ਦੇ ਪਿੱਛੋਂ ਤੁਸੀਂ ਮੈਨੂੰ ਫਿਰ ਨਹੀਂ ਦੇਖੋਗੇ। ਨਿਆਂ ਦੇ ਬਾਰੇ ਕਿਉਂਕਿ ਦੁਨੀਆ ਦਾ ਸਰਦਾਰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ, ਪਰ ਇਸ ਵੇਲੇ ਉਸ ਨੂੰ ਸਹਿਣ ਕਰਨ ਦੀ ਸ਼ਕਤੀ ਤੁਹਾਡੇ ਵਿੱਚ ਨਹੀਂ ਹੈ। ਪਰ ਜਦੋਂ ਸੱਚ ਦਾ ਆਤਮਾ ਆਏਗਾ ਉਹ ਤੁਹਾਨੂੰ ਸੰਪੂਰਨ ਸੱਚ ਵੱਲ ਲੈ ਚੱਲੇਗਾ। ਉਹ ਆਪਣੇ ਵੱਲੋਂ ਕੁਝ ਨਹੀਂ ਬੋਲੇਗਾ, ਪਰ ਉਹ ਹੀ ਕਹੇਗਾ ਜੋ ਸੁਣੋਗੇ ਤੇ ਅੱਗੇ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ। ਉਹ ਮੇਰੀ ਹੀ ਵਡਿਆਈ ਕਰੇਗਾ, ਕਿਉਂਕਿ ਜੋ ਮੇਰਾ ਹੈ
ਉਹ ਉਸ ਨੂੰ ਲਵੇਗਾ ਤੇ ਤੁਹਾਨੂੰ ਦੱਸੇਗਾ। ਸਭ ਜੋ ਕੁਝ ਪਿਤਾ ਦਾ ਹੈ ਮੇਰਾ ਹੀ ਹੈ। ਇਸੇ ਕਾਰਨ ਮੈਂ ਕਿਹਾ ਹੈ ਕਿ ਆਤਮਾ ਜੋ ਕੁਝ ਮੇਰਾ ਹੈ ਉਸ ਨੂੰ ਲਵੇਗਾ ਤੇ ਤੁਹਾਨੂੰ ਦੱਸੇਗਾ। ਆਮੀਨ। ਤੁਹਾਨੂੰ ਦੱਸੇਗਾ। ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਇੱਕ ਤਾਂ ਉਹ ਸਾਰੀ ਦੀ ਸਾਰੀ ਵਿਵਸਥਾ ਰੱਖਣ ਦੀ ਕੋਸ਼ਿਸ਼ ਇਸ ਕਰਕੇ ਕਰਦੇ ਪਏ ਕਿ ਪ੍ਰਭੂ ਸਾਡੇ ਨਾਲ ਗੱਲ ਕਰੇ, ਔਰ ਦੂਜੇ ਪਾਸੇ ਸਾਡੇ ਕੋਲ ਉਸ ਚੀਜ਼ ਦੀ ਅਚਕ ਨਹੀਂ ਹੈ ਨਹੀਂ ਗੀ, ਕਿਉਂਕਿ ਪ੍ਰਭੂ ਨੇ ਸਾਡੇ ਲਈ ਉਸ ਵਿਵਸਥਾ ਨੂੰ ਪੂਰਾ ਕੀਤਾ ਔਰ ਉਹ ਆਤਮਾ ਸਾਨੂੰ ਦਿੱਤਾ ਜੋ ਸਾਡਾ ਮਦਦਗਾਰ, ਔਰ ਜੋ ਉਹ ਜਿਹੜੀ ਦੁਨੀਆ ਸਾਡੇ ਪਿੱਛੇ ਪਈ ਹੋਆ ਉਹ ਸਾਨੂੰ ਉਸ ਦੇ ਬਾਰੇ ਦਿਖਾਏਗਾ, ਉਹਨਾਂ ਦੇ ਪਾਪ ਦੇ ਬਾਰੇ ਦਿਖਾਏਗਾ। ਪਾਪ ਇਹ ਨਹੀਂ ਹੈਗਾ ਕਿ ਉਹਨਾਂ ਦੇ ਹੱਥੋਂ ਪਾਪ ਹੁੰਦੇ ਪਏ ਆ, ਪਾਪ ਸਭ ਕਰਦੇ ਹੈਗੇ, ਕੋਈ ਛੁਪ ਕੇ ਕਰਦਾ, ਕੋਈ ਬਾਹਰ ਕਰੀ। ਉਹ ਕਹਿੰਦਾ ਵੀ ਉਹ ਉਹਨਾਂ ਨੂੰ ਸਿੱਧ ਕਰੇਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਪਾਪ ਆ, ਕਿਉਂਕਿ ਮੈਂ ਆਇਆ ਔਰ ਮੈਂ ਉਹਨਾਂ ਨੂੰ ਸਾਰੀਆਂ ਉਹਨਾਂ ਚੀਜ਼ਾਂ ਦੀ ਸੰਪੂਰਨਤਾ ਸੀ, ਉਹਨਾਂ ਨੇ ਮੈਨੂੰ ਕਬੂਲ ਨਹੀਂ ਕੀਤਾ, ਸੋ ਉਹਨਾਂ ਦਾ ਪਾਪ ਬਣਿਆ ਰਹੇਗਾ। ਸੋ ਦੁਨੀਆ ਦਾ ਜਿਹੜਾ ਭਾਰ ਜਿਹੜਾ ਦੁਨੀਆ ਸਾਡੇ ਤੇ ਪਾਉਂਦੀ ਪਈ ਹੈ ਨਾ, ਉਸ ਦੀ ਗੱਲ ਕਰਦਾ ਹੈ ਕਿ ਤੁਹਾਨੂੰ ਪ੍ਰਭੂ ਉਸ ਤੋਂ ਆਜ਼ਾਦੀ ਦਿੰਦਾ ਰਹੇਗਾ, ਤੁਹਾਨੂੰ ਸਮਝ ਦੇਗਾ, ਆਤਮਾ ਦੱਸੇਗਾ ਕਿ ਇਹਨਾਂ ਦਾ ਪਾਪ ਬਣਿਆ ਹੈ, ਇਹਨਾਂ ਦਾ ਪਾਪ ਬਣਿਆ ਹੈ। ਧਾਰਮਿਕਤਾ ਦੇ ਬਾਰੇ, ਕਿਉਂਕਿ ਮੈਂ ਪਿਤਾ ਦੇ ਕੋਲ ਜਾ ਰਿਹਾ, ਉਹ ਸਾਰੇ ਸਦੂਕੀ ਫਰੀਸੀ ਧਰਮ ਗ੍ਰੰਥੀ ਯਿਸੂ ਨੂੰ ਸਿੱਧ ਕਰਨ ਦੇ ਉੱਤੇ ਹੋਏ ਸੀਗੇ ਕਿ ਇਹ ਪਾਪੀ ਆ, ਇਹ ਸਬਤ ਨਹੀਂ ਰੱਖਦਾ, ਇਹਦੇ ਅੰਦਰ ਬੁਰੀ ਆਤਮਾ ਹੈ। 3.5 ਸਾਲ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਪਏ, ਔਰ ਅੰਤ ਉਹਨਾਂ ਨੂੰ ਵੀ ਪਤਾ ਸੀਗਾ ਕਿ ਅਸੀਂ ਝੂਠ ਬੋਲ ਕੇ ਇਸ ਨੂੰ ਸਲੀਬ ਤੇ ਚੜਾ ਦੇਣਾ। ਉਸ ਨੂੰ ਸਲੀਬ ਤੇ ਚੜਾਇਆ ਗਿਆ, ਆਪਣੀ ਉਹਨਾਂ ਨੇ ਪੂਰੀ ਕੋਸ਼ਿਸ਼ ਕਰ ਲਈ। ਰਾਜਾ ਨੂੰ ਕਿਹਾ ਕਿ ਉੱਥੇ ਜਾ ਕੇ ਜਿਹੜਾ ਉੱਥੇ ਦਾ ਸੀਗਾ ਉਸਨੂੰ ਕਿਹਾ ਕਿ ਜਾ ਕੇ ਜਿਹੜੀ ਇਹਦੀ ਕਬਰ ਆ, ਕਬਰ ਦੇ ਉੱਤੇ ਪਹਿਰਾ ਬਿਠਾਓ ਤੇ ਉਹਦੇ ਉੱਤੇ ਤੁਸੀਂ ਰੋਮ ਦੀ ਮੋਹਰ ਲਵਾਓ ਤਾਂ ਕਿ ਕੋਈ ਉਸ ਕਬਰ ਨੂੰ ਖੋਲੇ ਨਾ। ਨਾਓ ਸਾਡੇ ਲਈ ਇਹ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਅਸੀਂ ਉਸ ਜ਼ਮਾਨੇ ਦੇ ਵਿੱਚ ਨਹੀਂ ਰਹਿ ਰਹੇ, ਲੇਕਿਨ ਉਹਦੇ ਆਲੇ ਦੁਆਲੇ ਲਾਖ ਲਾ ਦਿੰਦੇ ਹੁੰਦੇ ਸੀਗੇ ਤੇ ਉਹਦੇ ਉੱਤੇ ਰੋਮ ਦੀ ਮੋਹਰ ਲੱਗੀ ਹੁੰਦੀ ਸੀ ਵੀ ਕੋਈ ਉਸ ਮੋਹਰ ਨੂੰ ਤੋੜ ਨਹੀਂ ਸੀ ਸਕਦਾ। ਲੇਕਿਨ ਰਾਤ ਨੂੰ ਜਿਸਲੇ ਫਰਿਸ਼ਤਾ ਆਇਆ ਉਸਨੇ ਉਹ ਪੱਥਰ ਚੱਕ ਕੇ ਪਰਾਂ ਮਾਰਿਆ ਔਰ ਪ੍ਰਭੂ ਯਿਸੂ ਮਸੀਹ ਨੂੰ ਉਹ ਕਬਰ ਆਪਣੇ ਕੋਲ ਰੱਖ ਨਹੀਂ ਸਕੀ। ਸੋ ਹੁਣ ਧਾਰਮਿਕਤਾ ਉਹਨਾਂ ਦੇ ਕੋਲ ਹੈ ਨਹੀਂ, ਧਾਰਮਿਕਤਾ ਯਿਸੂ ਦੇ ਕੋਲ ਸੀ ਔਰ ਉਹ ਪ੍ਰਭੂ ਦੇ ਘਰ ਜਾ ਚੁੱਕਾ। ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਨਿਆਂ ਦੇ ਬਾਰੇ ਔਰ ਜਿਹੜਾ ਸਾਡੇ ਤੇ ਜਿਹੜਾ ਦੁਨੀਆ ਦਾ ਸਰਦਾਰ ਨਿਆਂ ਸਾਡੇ ਤੇ ਲਾਉਂਦਾ, ਸਾਡੇ ਤੇ ਜਿਹੜਾ ਕੱਢਦਾ ਔਰ ਜਿਹਨੇ ਜੋਬ ਦੇ ਵਿੱਚ ਵੀ ਕੱਢਣ ਦੀ ਕੋਸ਼ਿਸ਼ ਕੀਤੀ, ਕਹਿੰਦਾ ਉਸ ਨੂੰ ਹੁਣ ਹੁਣ ਉਸ ਦੇ ਕੋਲ ਉਹਦਾ ਜਿਹੜਾ ਦੰਦ ਆ ਤੋੜ ਦਿੱਤਾ ਗਿਆ। ਉਹ ਸੱਪ ਦੇ ਮੂੰਹ 'ਚ ਹੁਣ ਦੰਦ ਹੈ ਨਹੀਂ, ਕਿਉਂਕਿ ਉਹ ਸੱਪ ਨੇ ਆਦਮ ਦੇ ਉੱਤੇ ਤੇ ਹਵਾ ਦੇ ਉੱਤੇ ਉਹੀ ਤੀਰ ਚਲਾਇਆ ਸੀ, ਉਹ ਚੱਲ ਗਿਆ ਕਿ ਤੁਸੀਂ ਨਹੀਂ ਮਰੋਗੇ, ਤੁਸੀਂ ਪਰਮੇਸ਼ਰ ਦੇ ਬਰਾਬਰ ਹੋ ਜਾਓਗੇ। ਔਰ ਉਹਨਾਂ ਨੇ ਵੀ ਦੇਖ ਲਿਆ ਕਿ ਠੀਕ ਆ, ਹੋਰ ਕੀ ਚਾਹੀਦਾ, ਜੇ ਪਰਮੇਸ਼ਰ ਦੇ ਬਰਾਬਰ ਹੋਈਏ ਸਾਨੂੰ ਮੁੜ ਕੇ ਪਰਮੇਸ਼ਰ ਅੱਗੇ ਝੁਕਣਾ ਨਹੀਂ ਪਊਗਾ, ਬਰਾਬਰ ਬੈਠ ਕੇ ਉਹਦੇ ਨਾਲ ਗੱਲ ਕਰਾਂ, ਅੱਖ 'ਚ ਅੱਖ ਪਾ ਕੇ ਗੱਲ ਕਰਾਂ। ਉਹੀ ਚੀਜ਼ਾਂ ਉਸਨੇ ਯਿਸੂ ਦੇ ਉੱਤੇ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਪੱਥਰਾਂ ਨੂੰ ਕਿਹਾ ਰੋਟੀ ਬਣ ਜਾਏ, ਉਹਨੇ ਕਿਹਾ ਨਹੀਂ, ਮੇਰੇ ਮੂਹਰੇ ਚੁੱਪ ਜਾ, ਮੈਂ ਤੈਨੂੰ ਸਭ ਕੁਝ ਦੇ ਦਿੰਦਾ। ਉਸਨੇ ਕਿਹਾ ਨਹੀਂ, ਮੰਦਿਰ ਦੇ ਉੱਤੋਂ ਛਾਲ ਮਾਰ ਦੇ, ਉਹਦੇ ਫਰਿਸ਼ਤੇ ਤੈਨੂੰ ਰਸਤੇ 'ਚ ਪਹੁੰਚ ਲੈਣਗੇ। ਉਸਨੇ ਕਿਹਾ ਨਹੀਂ। ਉਸਨੇ ਉਹ ਤਿੰਨੇ ਚੀਜ਼ਾਂ
ਉਸਨੇ 3 ਜਿਹੜੀਆਂ ਚੀਜ਼ਾਂ ਉਹਦੇ ਤੇ ਲਾਈਆਂ ਸੀਗੀਆਂ, ਉਸਨੇ 3 ਹੀ ਉਸ ਵਾਪਸ ਉਸਨੂੰ ਮੋੜ ਕੇ ਤਾਂ ਐਨ ਸਵਾਰ ਕੇ ਉਹਦੇ ਹੱਥਾਂ 'ਚ ਰੱਖ ਦਿੱਤਾ ਤੇ ਉੱਤੇ ਲਾਤੀ ਉਹਨੇ ਵਚਨ ਦੀ ਮੋਹਰ ਤੇ ਵਚਨ 'ਚ ਆ ਵੀ ਲਿਖਿਆ। ਸੋ ਹੁਣ ਜਿਹੜਾ ਦੋਸ਼ੀ ਆ ਉਹ ਸਿੱਧ ਹੋ ਚੁੱਕਾ, ਪਰ ਜਿਹੜਾ ਆਤਮਾ ਸਾਨੂੰ ਦਿੱਤਾ ਗਿਆ ਉਸਦੇ ਬਾਰੇ ਇਹ ਕਿਹਾ ਗਿਆ ਕਿ ਸੱਤ ਦਾ ਆਤਮਾ ਆਏਗਾ, ਉਹ ਤੁਹਾਨੂੰ ਲੈ ਕੇ ਚੱਲੇਗਾ, ਉਹ ਸਭ ਕੁਝ ਉਹ ਬੋਲੇਗਾ ਜੋ ਉਸਨੇ ਮੇਰੇ ਤੋਂ ਸੁਣਿਆ, ਮੇਰੇ ਨਾਮ ਦੀ ਉਹ ਵਡਿਆਈ ਕਰੇਗਾ ਔਰ ਉਹ ਤੁਹਾਡਾ ਮਦਦਗਾਰ ਹੋਵੇਗਾ। ਔਰ ਉਸ ਆਤਮਾ ਦੇ ਬਾਰੇ ਜਿਸ ਲਈ ਅਸੀਂ ਇੱਥੇ ਆਉਂਦੇ ਹਾਂ ਤੇ ਸੰਤ ਪੌਲ ਉਸੇ ਆਤਮਾ ਦੇ ਬਾਰੇ ਗੱਲ ਕਰਦਾ ਕਿ ਭਾਈ ਤੁਹਾਡੇ ਕੋਲ 2 ਚੋਇਸਿਸ ਆ, ਜਾਂ ਤਾਂ ਤੁਸੀਂ ਇਹਨਾਂ ਜਿਹੜੇ ਇਹ ਪਖੰਡੀ ਲੀਡਰ ਆ ਇਹਨਾਂ ਦੀ ਗੱਲਾਂ ਸੁਣੋ ਤੇ ਆਪਣੇ ਆਪ ਨੂੰ ਮੁੜ ਕੇ ਤੁਸੀਂ ਜਿੱਥੇ ਸੀਗੇ ਉੱਥੇ ਹੀ ਪਾ ਲਓ ਤੇ ਗੱਡਾ ਮੁੜ ਕੇ ਚੁੱਕ ਲਓ, ਤੇ ਜਾਂ ਇਹ ਮੇਰੀ ਗੱਲ ਨੂੰ ਮੰਨੋ, ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰਾ ਭਰੋਸਾ ਰੱਖਦੇ ਹੋਏ ਬਾਪ ਦੇ ਸਾਹਮਣੇ ਆਓ ਤਾਂ ਪਵਿੱਤਰ ਆਤਮਾ ਮਦਦਗਾਰ ਬਣ ਕੇ ਤੁਹਾਡਾ ਆਏਗਾ। ਜ਼ਿੰਦਗੀ ਦੇ ਵਿੱਚ ਕੋਈ ਤੁਸੀਂ ਦੁੱਖ ਦੇ ਵਿੱਚ ਹੀ ਲੰਘਦੇ ਪਏ ਆ, ਮੇਰੇ ਉੱਤੇ ਵਿਸ਼ਵਾਸ ਕਰਦੇ ਹੋਏ ਬਾਪ ਦੇ ਕੋਲ ਆਓ, ਪਵਿੱਤਰ ਆਤਮਾ ਤੁਹਾਡੀ ਮਦਦ ਕਰੇਗਾ। ਕੋਈ ਚੀਜ਼ ਦੀ ਨਹੀਂ ਸਮਝ ਆਉਂਦੀ, ਹੁਣ ਸਾਰੀਆਂ ਚੀਜ਼ਾਂ ਮੇਰੇ ਸਮਝ ਵੀ ਨਹੀਂ ਆਉਂਦੀਆਂ, ਜੇ ਬਹੁਤ ਹੀ ਜ਼ਰੂਰੀ ਉਹ ਚੀਜ਼ ਸਮਝਣ ਦੇ ਲਈ ਕੋਈ ਜ਼ਿੰਦਗੀ ਦੀ, ਤਾਂ ਮੇਰੇ ਤੇ ਭਰੋਸਾ ਰੱਖਦੇ ਹੋਏ ਬਾਪ ਦੇ ਕੋਲ ਆਓ ਤਾਂ ਪਵਿੱਤਰ ਆਤਮਾ ਤੁਹਾਨੂੰ ਉਹਦੇ ਵਿੱਚ ਦੀ ਜੋ ਤੁਹਾਨੂੰ ਸਮਝਣ ਦੀ ਜ਼ਰੂਰਤ ਹੋਏਗੀ ਉਹ ਦੇਵੇਗਾ। ਇਹ ਹੈ ਹਲਕਾ ਜੀਵਨ ਜਿਹੜਾ ਉਸਨੇ ਸਾਨੂੰ ਦਿੱਤਾ, ਇਹ ਹੈ ਉਸ ਦਾ ਜੋੜਾ ਜੋ ਉਸਨੇ ਸਾਨੂੰ ਦਿੱਤਾ। ਸੋ ਇਸ ਕਰਕੇ ਸਾਨੂੰ ਉਹ ਧਰਮਾਂ ਦੇ ਵਿੱਚ ਮੁੜ ਕੇ ਫਸਣ ਦੀ ਲਈ ਮਨਾਹੀ ਕਰਦਾ ਪਿਆ ਕਿ ਨਹੀਂ, ਜਿਸ ਤਰ੍ਹਾਂ ਅਬਰਾਹਮ ਨੇ ਆਪਣੇ ਦੇਸ਼ ਆਪਣੇ ਭੈਣਾਂ ਭਰਾਵਾਂ ਉਹ ਸਾਕ ਸੰਬੰਧੀਆਂ ਤੋਂ ਉਹ ਤੁਰ ਪਿਆ ਸੀਗਾ, ਤੁਰਨਾ ਪੈਂਦਾ ਔਰ ਰਸਤੇ ਦੇ ਵਿੱਚ ਪ੍ਰਭੂ ਸਾਨੂੰ ਉਹ ਸਾਰੀ ਤਾਕਤ ਦਿੰਦਾ ਜਾਂਦਾ ਜਿਸ ਤਾਕਤ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਸੋ ਉਸਨੇ ਉਸ ਤੋਂ ਬਾਅਦ ਜਿਹੜੀ ਚੀਜ਼ ਉਹਨਾਂ ਨੂੰ ਸਮਝਾਈ ਹੈ ਕਿ ਦੇਖੋ ਤੁਸੀਂ ਤਾਂ ਬਹੁਤ ਚੰਗੇ ਜਾਂਦੇ ਪਏ ਸੀਗੇ, ਇਹ ਤੁਹਾਨੂੰ ਕੀ ਹੋ ਗਿਆ ਰਸਤੇ ਦੇ ਵਿੱਚ। ਯਾਦ ਰੱਖੋ ਉਸਨੇ ਕਿਹਾ ਕਿ ਥੋੜਾ ਜਿਹਾ ਖਮੀਰ ਵੀ ਪੂਰੀ ਤੌਣ ਨੂੰ ਖਰਾਬ ਕਰ ਦਿੰਦਾ, ਆਟਾ ਗੁੰਨਿਆ ਜਿੰਨਾ ਮਰਜ਼ੀ ਹੋਵੇ ਉਹ ਸਾਰੇ ਦੇ ਸਾਰੇ ਨੂੰ ਖਰਾਬ ਕਰ ਦਿੰਦਾ। ਸੋ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਨਾ ਪਾਓ। ਔਰ ਅਸੀਂ ਜਿਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਆਉਂਦੇ ਹਾਂ, ਮੇਰੇ ਨਾਲ ਮੱਤੀ ਦੇ ਵਿੱਚ ਇੱਕ ਵਾਰ ਫੇਰ ਆ ਜਾਓ। ਉਸੀ ਉਸਦਾ 16ਵਾਂ ਭਾਗ ਉਸਦੀ 1 ਤੋਂ 12 ਆਇਤ ਤੱਕ, ਇਹ 31 ਪੰਨਾ ਹੈ, 31 ਪੇਜ ਨਵੇਂ ਨਿਯਮ ਦਾ। ਔਰ ਉੱਥੇ ਪ੍ਰਭੂ ਯਿਸੂ ਮਸੀਹ ਇਹ ਸਾਰੀਆਂ ਚੀਜ਼ਾਂ ਦੱਸਦੇ ਪਏ ਆ ਔਰ ਬੜਾ ਆਨੰਦ ਵਾਲੇ ਹਿੱਸੇ ਆ ਇਹ ਜਿਹੜੇ ਪ੍ਰਭੂ ਨੇ ਸਾਨੂੰ ਦਿੱਤੇ ਆ, ਕਿਸ ਤਰ੍ਹਾਂ ਪ੍ਰਭੂ ਨੇ ਬਹੁਤ ਸਾਰੀਆਂ ਚੀਜ਼ਾਂ ਤੋਂ ਸਾਡਾ ਛੁਟਕਾਰਾ ਕੀਤਾ। ਸੋ ਆਓ ਅਸੀਂ 1 ਤੋਂ ਲੈ ਕੇ 12 ਆਇਤ ਤੱਕ ਦੇਖਾਂ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਹਾਂਜੀ। ਕਰਮਾਤ ਦੀ ਮੰਗ। ਕੁਝ ਫਰੀਸੀ ਅਤੇ ਸਦੂਕੀ ਯਿਸੂ ਕੋਲ ਆਏ। ਉਹਨਾਂ ਨੇ ਯਿਸੂ ਨੂੰ ਪਰਤਾਉਣ ਵਾਸਤੇ ਕੋਈ ਰੱਬੀ ਕਰਾਮਾਤ ਵਿਖਾਉਣ ਲਈ ਕਿਹਾ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਸੂਰਜ ਡੁੱਬਣ ਵੇਲੇ ਤੁਸੀਂ ਕਹਿੰਦੇ ਹੋ ਮੌਸਮ ਚੰਗਾ ਰਹੇਗਾ ਕਿਉਂਕਿ ਅਸਮਾਨ ਲਾਲ ਹੈ। ਫਿਰ ਜਦੋਂ ਸਵੇਰ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਮੀਂਹ ਜਾਂ ਹਨੇਰੀ ਆਵੇਗੀ ਕਿਉਂਕਿ ਅਸਮਾਨ ਗਹਿਰਾ ਅਤੇ ਲਾਲ ਹੈ। ਇਸ ਲਈ ਤੁਸੀਂ ਮੌਸਮ ਬਾਰੇ ਤਾਂ ਅਸਮਾਨ ਨੂੰ ਵੇਖ ਕੇ ਦੱਸ ਸਕਦੇ ਹੋ, ਪਰ ਤੁਸੀਂ ਇਸ ਸਮੇਂ ਦੇ ਚਿੰਨ੍ਹਾਂ ਨੂੰ ਨਹੀਂ ਸਮਝ ਸਕਦੇ ਹੋ। ਇਸ ਪੀੜ੍ਹੀ ਦੇ ਲੋਕੀ ਕਿੰਨੇ ਬੁਰੇ ਅਤੇ ਅਧਰਮੀ ਹਨ। ਇਹਨਾਂ ਨੂੰ ਯਨੋਹਾ ਨਬੀ ਦੇ ਚਿੰਨ੍ਹ ਨੂੰ ਛੱਡ ਕੇ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ। ਇਹ ਕਹਿ ਕੇ ਉਹ ਉਹਨਾਂ ਨੂੰ ਛੱਡ ਕੇ ਉੱਥੋਂ ਚਲੇ ਗਏ। ਫਰੀਸੀਆਂ ਅਤੇ ਸਦੂਕੀਆਂ ਦਾ ਖਮੀਰ। ਜਦੋਂ ਚੇਲੇ ਦੂਜੇ ਪਾਸੇ ਆਉਂਦਿਆਂ ਹੋਇਆਂ ਆਪਣੇ ਨਾਲ ਰੋਟੀ ਲਿਆਉਣੀ ਭੁੱਲ ਗਏ ਸਨ, ਯਿਸੂ ਨੇ ਉਹਨਾਂ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ, ਦੇਖੋ ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਸਾਵਧਾਨ ਰਹਿਣਾ। ਇਹ ਸੁਣ ਕੇ ਚੇਲੇ ਆਪੋ ਵਿੱਚ ਕਹਿਣ ਲੱਗੇ, ਉਹਨਾਂ ਨੇ ਇਸ ਲਈ ਇਹ ਕਿਹਾ ਹੈ ਕਿਉਂਕਿ ਸਾਡੇ ਕੋਲ ਰੋਟੀਆਂ ਨਹੀਂ ਹਨ। ਇਹ ਜਾਣਦੇ ਹੋਏ ਕਿ ਉਹ ਕੀ ਗੱਲਾਂ ਕਰ ਰਹੇ ਹਨ, ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ।
ਤੁਹਾਡਾ ਵਿਸ਼ਵਾਸ ਕਿੰਨਾ ਕੱਚਾ ਹੈ। ਕੀ ਤੁਸੀਂ ਅਜੇ ਵੀ ਨਹੀਂ ਸਮਝਦੇ ਹੋ ਕਿ ਤੁਹਾਨੂੰ ਯਾਦ ਨਹੀਂ ਜਦੋਂ ਮੈਂ 5 ਰੋਟੀਆਂ 5000 ਲਈ ਤੋੜੀਆਂ ਸਨ ਤਾਂ ਤੁਸੀਂ ਕਿੰਨੇ ਬਚੇ ਹੋਏ ਟੋਕਰੇ ਭਰ ਕੇ ਚੁੱਕੇ ਸਨ। ਫਿਰ ਇਸੇ ਤਰ੍ਹਾਂ ਜਦੋਂ ਮੈਂ 7 ਰੋਟੀਆਂ 4000 ਲਈ ਤੋੜੀਆਂ ਸਨ ਤਾਂ ਤੁਸੀਂ ਕਿੰਨੇ ਟੋਕਰੇ ਭਰ ਕੇ ਚੁੱਕੇ ਸਨ। ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀਆਂ ਦੇ ਬਾਰੇ ਨਹੀਂ ਕਿਹਾ ਸੀ। ਸੋ ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਸਾਵਧਾਨ ਰਹਿਣਾ। ਫਿਰ ਚੇਲੇ ਸਮਝ ਗਏ ਕਿ ਯਿਸੂ ਨੇ ਉਹਨਾਂ ਨੂੰ ਰੋਟੀ ਵਿਚਲੇ ਖਮੀਰ ਦੇ ਬਾਰੇ ਨਹੀਂ ਕਿਹਾ ਸੀ, ਸਗੋਂ ਫਰੀਸੀਆਂ ਅਤੇ ਸਦੂਕੀਆਂ ਤੋਂ ਸਾਵਧਾਨ ਰਹਿਣ ਦੇ ਲਈ ਕਿਹਾ ਸੀ। ਸਾਵਧਾਨ ਰਹਿਣ ਦੇ ਲਈ ਕਿਹਾ ਸੀ ਕਿ ਇਹਨਾਂ ਤੋਂ ਸਾਵਧਾਨ ਰਹਿਣਾ। ਇਹ ਦੁਆਰਾ ਆਉਣਗੇ, ਇਹ ਉਹੀ ਕੰਮ ਤੁਹਾਡੇ ਵਿੱਚ ਪਾਉਣਗੇ ਜਿਹਨਾਂ ਤੋਂ ਤੁਹਾਨੂੰ ਇਹ ਮੁੜ ਕੇ ਜਿਤਾ ਸਕਦੇ ਆ, ਤੁਹਾਨੂੰ ਮੁੜ ਕੇ ਉਸੇ ਗੱਡੇ ਦੇ ਥੱਲੇ ਦੇ ਸਕਦੇ ਆ ਕਿ ਹੁਣ ਤੁਸੀਂ ਆਪਣਾ ਭਾਰ ਆਪ ਚੁੱਕੋ। ਪ੍ਰਭੂ ਦਾ ਸ਼ੁਕਰ ਆ ਕਿ ਜਿਹੜੀਆਂ ਚੀਜ਼ਾਂ ਦੇ ਲਈ ਉਸਨੇ ਕੀਮਤ ਦਿੱਤੀ ਆ ਔਰ ਸਾਡੀ ਕੀਮਤ ਦਿੱਤੀ ਆ, ਅਸੀਂ ਉਹਨਾਂ ਚੀਜ਼ਾਂ ਨੂੰ ਵਾਪਸ ਆਪਣੇ ਉੱਤੇ ਕਿਉਂ ਪਾਈਏ? ਅਸੀਂ ਕਿਉਂ ਨਾ ਪ੍ਰਭੂ ਦੀ ਆਜ਼ਾਦੀ ਦੇ ਵਿੱਚ ਆਨੰਦ ਮਨਾਈਏ? ਦੁੱਖ ਭਾਰਾ ਸਮਾਂ ਆਉਂਦਾ, ਕਿਉਂ ਨਹੀਂ ਅਸੀਂ ਸਿੱਧੇ ਉਹਦੇ ਕੋਲ ਜਾਂਦੇ ਆਪਣੇ ਬਾਪ ਦੇ ਕੋਲ? ਕਿਉਂ ਨਹੀਂ ਅਸੀਂ ਆਪਣੇ ਬਾਪ ਦੇ ਨਾਲ ਗੱਲ ਕਰਦੇ ਜਦ ਦਰਵਾਜ਼ਾ ਸਾਡੇ ਲਈ ਖੋਲ ਦਿੱਤਾ ਗਿਆ? ਮਸੀਹ ਨੇ ਜਿਸ ਦੇ ਸਰੀਰ ਦੇ ਉੱਤੇ ਜਾਨ ਦਿੱਤੀ ਸੀ ਤੋ ਅਤ ਪਵਿੱਤਰ ਜਗ੍ਹਾ ਦੇ ਮੂਹਰੇ ਜਿਹੜਾ ਪਰਦਾ ਲੱਗਾ ਸੀ ਉੱਪਰੋਂ ਲੈ ਕੇ ਥੱਲੇ ਤੱਕ ਪ੍ਰਭੂ ਨੇ ਪਾੜ ਦਿੱਤਾ ਸੀ। ਖਤਮ। ਉਸਨੇ ਰਸਤਾ ਸਾਡੇ ਲਈ ਖੋਲ ਦਿੱਤਾ ਸੀ। ਹੁਣ ਹਰ ਇੱਕ ਪ੍ਰਭੂ ਦਾ ਪੁਰੋਹਿਤ ਆ। ਹੁਣ ਹਰ ਕੋਈ ਆਦਮੀ ਪ੍ਰਭੂ ਦੇ ਉਸ ਨੂੰ ਉਹ ਮੌਕਾ, ਉਹ ਜਗ੍ਹਾ ਪ੍ਰਭੂ ਦੇ ਘਰ ਦੇ ਵਿੱਚ ਮਿਲਣੀ ਚਾਹੀਦੀ। ਅਸੀਂ ਉਸਦੇ ਪੁਰੋਹਿਤ ਕਹਾਉਂਦੇ, ਅਸੀਂ ਉਸਦੇ ਲੋਕ ਕਹਾਉਂਦੇ, ਉਸਦੇ ਚੁਣੇ ਹੋਏ ਲੋਕ ਕਹਾਉਂਦੇ। ਅਬਰਾਹਮ ਦੀ ਜਿਹੜਾ ਵਿਰਸੇ ਦੀ ਜਿਹੜੀ ਬਰਕਤ ਉਹ ਸਾਨੂੰ ਦਿੱਤੀ ਗਈ ਹੈ ਜਿਨ੍ਹਾਂ ਨੇ ਪ੍ਰਭੂ ਦੇ ਉੱਤੇ ਵਿਸ਼ਵਾਸ ਕੀਤਾ, ਜਿਹੜੇ ਚੱਲ ਪਏ। ਉਹ ਚੱਲਿਆ ਸੀ ਇਜ਼ਰਾਈਲ ਵਾਲੀ ਧਰਤੀ ਦੇ ਵਾਸਤੇ, ਪਰ ਸਾਡਾ ਇਜ਼ਰਾਈਲ ਧਰਤੀ ਤੇ ਨਹੀਂ, ਸਾਡਾ ਯਰੂਸ਼ਲਮ ਧਰਤੀ ਤੇ ਨਹੀਂ, ਸਾਡਾ ਤਾਂ ਸਾਰਾ ਯਰੂਸ਼ਲਮ ਜੋ ਸਵਰਗ ਦੇ ਵਿੱਚ। ਅਸੀਂ ਉਸ ਯਰੂਸ਼ਲਮ ਦੇ ਵੱਲ ਜਾਂਦੇ ਹਾਂ ਔਰ ਪ੍ਰਭੂ ਦਾ ਇਸ ਚੀਜ਼ ਦੇ ਲਈ ਸਾਨੂੰ ਬਹੁਤ ਬਹੁਤ ਸ਼ੁਕਰ ਕਰਨਾ ਚਾਹੀਦਾ। ਐਡੀ ਵੱਡੀ ਬਰਕਤ ਸਾਨੂੰ ਪ੍ਰਭੂ ਨੇ ਦਿੱਤੀ ਆ। ਔਰ 11ਵੀਂ ਆਇਤ ਤੋਂ ਦੇਖੋ ਮੇਰੇ ਨਾਲ, ਜਿੱਥੇ ਅਸੀਂ ਦੇਖਦੇ ਪਏ ਹਾਂ, ਕਹਿੰਦਾ ਜਿੱਥੋਂ ਤੱਕ ਮੇਰਾ ਪ੍ਰਸ਼ਨ ਹੈ ਭਰਾਵੋ, ਜੇਕਰ ਮੈਂ ਅਜੇ ਵੀ ਸੁਨਨਤ ਦਾ ਪ੍ਰਚਾਰ ਕਰ ਰਿਹਾ ਹਾਂ ਤਾਂ ਫਿਰ ਮੈਨੂੰ ਸਤਾਇਆ ਕਿਉਂ ਜਾ ਰਿਹਾ ਹੈ? ਨਾਲੇ ਜੇਕਰ ਇਹ ਸੱਚ ਹੈ ਤਾਂ ਫਿਰ ਮੇਰਾ ਸਲੀਬ ਦਾ ਪ੍ਰਚਾਰ ਕਿਸੇ ਦੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ। ਇਹ ਚੰਗਾ ਹੁੰਦਾ ਕਿ ਜੋ ਲੋਕ ਤੁਹਾਨੂੰ ਗਲਤ ਰਾਹੇ ਪਾ ਰਹੇ ਹਨ ਉਹ ਆਪਣੇ ਆਪ ਆਪਣੇ ਸਰੀਰ ਦਾ ਅੰਗ ਕੱਟ ਲੈਂਦੇ। ਕੀ ਕਹਿ ਰਹੇ ਆ ਉਹ ਜਿਹੜੇ ਲੋਕ? ਕਹਿ ਰਹੇ ਕਿ ਤੁਹਾਡਾ ਪਹਿਲਾਂ ਯਹੂਦੀ ਬਣਨਾ ਜ਼ਰੂਰੀ ਹੈ, ਤੁਹਾਡਾ ਪਹਿਲਾਂ ਸਾਰਾ ਜਿਹੜਾ ਪਿਛਲਾ ਲਾ ਉਸਨੂੰ ਮੰਨਣਾ ਜ਼ਰੂਰੀ ਹੈ। ਉਹ ਕਹਿੰਦਾ ਜੇ ਮੈਂ ਇਹ ਪ੍ਰਚਾਰ ਕਰਦਾ ਹੁੰਦਾ ਤਾਂ ਮੇਰੇ ਤਾਂ ਕੋਈ ਦੁਸ਼ਮਣ ਹੀ ਨਾ ਹੁੰਦਾ। ਮੇਰੇ ਤਾਂ ਦੁਸ਼ਮਣ ਉਹ ਲੋਕ ਇਸ ਕਰਕੇ ਬਣੇ ਆ ਕਿ ਮੈਂ ਉਹਨਾਂ ਚੀਜ਼ਾਂ ਦਾ ਪ੍ਰਚਾਰ ਨਹੀਂ ਕਰਦਾ। ਜਿਹੜਾ ਮੇਰਾ ਪ੍ਰਚਾਰ ਆ ਉਹ ਇਹ ਕਹਿ ਰਿਹਾ ਕਿ ਮੇਰਾ ਪ੍ਰਚਾਰ ਇਹ ਹੈ ਕਿ ਪ੍ਰਭੂ ਨੇ ਆਪਣਾ ਦਰਵਾਜ਼ਾ ਆਦਮ ਦੀ ਸੰਤਾਨ ਦੇ ਲਈ ਖੋਲ ਦਿੱਤਾ। ਹੁਣ ਅਬਰਾਹਮ ਦੀ ਸੰਤਾਨ ਦੇ ਵਾਸਤੇ ਉਹ ਮੰਦਰ ਕੱਲਾ ਨਹੀਂ ਰਹਿ ਗਿਆ, ਔਰ ਅਬਰਾਹਮ ਦੀ ਸੰਤਾਨ ਦਾ ਜਿਹੜਾ ਮੰਦਰ ਉਹ ਧਰਤੀ ਤੇ ਹੈ, ਲੇਕਿਨ ਉਹ ਸਵਰਗ ਦਾ ਦਰਵਾਜ਼ਾ। ਉਸਨੇ ਉਸ ਮੰਦਰ ਦੇ ਪਰਦੇ ਨੂੰ ਪਾੜ ਕੇ ਦਿਖਾਤਾ ਕਿ ਤੁਹਾਡਾ ਤਾਂ ਇੱਕ ਛੋਟਾ ਜਿਹਾ ਸਵਰਗ ਇਹ 7 ਪਵਿੱਤਰ ਜਗ੍ਹਾ ਦੇ ਅੰਦਰ ਹੁੰਦਾ ਸੀ, ਜਿਸ ਨੂੰ ਤੁਸੀਂ ਧਰਤੀ ਤੇ ਸਵਰਗ ਦੀ ਹਜ਼ੂਰੀ ਕਹਿੰਦੇ ਸੀ। ਲੇਕਿਨ ਪ੍ਰਭੂ ਨੇ ਉਸ ਪਰਦੇ ਨੂੰ ਪਾੜ ਕੇ ਦੱਸ ਦਿੱਤਾ ਕਿ ਹੁਣ ਜਿਹੜੀ ਉਸ ਅਤ ਪਵਿੱਤਰ ਜਗ੍ਹਾ ਤੇ ਇੱਕ ਪੌੜੀ ਉਸਨੇ ਲਾਤੀ ਜੋ ਸਭ ਦੇ ਲਈ। ਅਸੀਂ ਸਭ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਸਕਦੇ ਹਾਂ। ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ, ਸਾਨੂੰ ਗਾਈਡ ਕਰਦਾ, ਸਾਨੂੰ ਸ਼ਬਦ ਦਿੰਦਾ ਔਰ ਸਾਡੇ ਲਈ ਉਹ ਦੁਆ ਕਰਦਾ। ਮਸੀਹ ਪ੍ਰਭੂ ਦੀ ਹਜ਼ੂਰੀ 'ਚ ਬੈਠਾ ਜੋ ਸਾਡੇ ਲਈ ਉੱਥੇ ਵਕਾਲਤ ਕਰਦਾ, ਸਾਡੇ ਲਈ ਰਹਿਮ ਪ੍ਰਭੂ ਦੇ ਕੋਲ, ਦਇਆ, ਕਿਰਪਾ, ਸ਼ਾਂਤੀ, ਆਰਾਮ ਉਹ ਸਾਨੂੰ ਦਿੰਦਾ। ਸੋ ਅਸੀਂ ਕਿਉਂ ਚੁੱਪੀਏ? ਅਸੀਂ ਕਿਉਂ ਪ੍ਰਭੂ ਦੇ ਨਾਲ ਸ਼ਰਤਾਂ ਰੱਖੀਏ ਕਿ ਮੈਂ ਆਹ ਕਰੂੰਗਾ ਤੂੰ ਆਹ ਕਰੀ, ਮੈਂ ਆਹ ਕਰੂੰਗਾ ਤੂੰ ਆਹ ਕਰੀ? ਇਹ ਤਾਂ ਅਸੀਂ ਕਰਦੇ ਆਏ ਹਾਂ, ਉੱਥੋਂ ਤਾਂ ਨਿਕਲ ਕੇ ਆਏ ਹਾਂ। ਮਸੀਹ ਤਾਂ ਪ੍ਰਭੂ ਸਾਨੂੰ ਕੱਢ ਕੇ ਲੈ ਕੇ ਆਇਆ। ਅਸੀਂ ਦੁਬਾਰਾ ਕਿਉਂ ਉਹਨਾਂ ਚੀਜ਼ਾਂ ਦੇ ਪਿੱਛੇ ਜਾਈਏ? ਸੋ ਅਸੀਂ 13ਵੀਂ ਆਇਤ ਦੇਖੋ, ਇਹੋ ਚੀਜ਼ ਕਹਿਦਾ, ਕਹਿੰਦਾ ਭਰਾਵੋ ਤੁਸੀਂ ਆਜ਼ਾਦ ਹੋਣ ਦੇ ਲਈ ਸੱਦੇ ਗਏ ਹੋ,
ਪਰ ਇਸ ਆਜ਼ਾਦੀ ਨੂੰ ਆਪਣੀਆਂ ਸਰੀਰਕ ਵਾਸ਼ਨਾਵਾਂ ਦੀ ਇੱਛਾ ਪੂਰੀ ਕਰਨ ਦਾ ਹਥਿਆਰ ਨਾ ਬਣਾਓ, ਸਗੋਂ ਪਿਆਰ ਭਾਵਨਾ ਦੇ ਨਾਲ ਇੱਕ ਦੂਜੇ ਦੀ ਸੇਵਾ ਕਰੋ। ਸਾਰੀ ਵਿਵਸਥਾ ਇੱਕ ਆਗਿਆ ਦੇ ਵਿੱਚ ਪੂਰੀ ਹੋ ਜਾਂਦੀ ਹੈ, ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਪਿਆਰ ਕਰ। ਪਰ ਜੇਕਰ ਤੁਸੀਂ ਇੱਕ ਦੂਜੇ ਨਾਲ ਲੜਦੇ ਝਗੜਦੇ ਰਹਿਣਾ ਤਾਂ ਸਾਵਧਾਨ, ਕਿਤੇ ਇਸ ਤਰ੍ਹਾਂ ਇੱਕ ਦੂਜੇ ਦਾ ਨਾਸ਼ ਨਾ ਕਰ ਦਿਓ। ਪ੍ਰਭੂ ਦੇ ਵਚਨ ਦੇ ਵਿੱਚ ਇੱਕ ਹਿੱਸਾ ਅਸੀਂ ਪੜਾਂਗੇ ਔਰ ਉਸ ਦੇ ਨਾਲ ਅੱਜ ਅਸੀਂ ਆਪਣਾ ਇਹ ਅੱਜ ਦਾ ਸ਼ਬਦ ਪੂਰਾ ਕਰਾਂਗੇ। ਮੇਰੇ ਨਾਲ ਮੱਤੀ ਦੇ 22ਵੇਂ ਭਾਵ ਦੇ ਵਿੱਚ ਆ ਜਾਓ ਔਰ ਜਿਸ ਨੂੰ ਮਿਲ ਜਾਏ ਉਸ ਦਾ ਪਹਿਲਾਂ 15 ਤੋਂ 22 ਆਇਤ ਤੱਕ ਪੜ੍ਹੀਏ। ਪੰਨਾ ਹੈ 43 ਔਰ ਇਹ ਸਭ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ, ਉਹ ਸਿੱਖਿਆਵਾਂ ਜਿਹੜੀਆਂ ਉਹਨਾਂ ਨੇ ਫਰੀਸੀਆਂ ਦੇ ਗੱਭੇ ਖੜੇ ਹੋ ਕੇ ਸਾਨੂੰ ਦਿੱਤੀਆਂ। ਇਹ ਸਿੱਖਿਆਵਾਂ ਪ੍ਰਭੂ ਨੇ ਜਿਹੜੇ ਚੁੱਪਚਾਪ ਸਾਡੇ ਪਿੱਛੇ ਪੈ ਜਾਂਦੇ ਨਾ, ਆ ਜਾਂਦੇ ਆ, ਸਾਡੇ ਵਿੱਚ ਵੀ ਬਹੁਤ ਬੜੇ ਹੋਏ ਤਾਂ ਧਿਆਨ ਰੱਖਿਓ, ਬਚ ਕੇ ਰਹੋ। ਇਹ ਜਿਹੜੇ ਏਦਾਂ ਦਾ ਪਖੰਡ ਕਰਦੇ ਆ ਨਾ, ਉਹਨਾਂ ਦੇ ਗੱਭੇ ਖੜੇ ਹੋ ਕੇ ਪ੍ਰਭੂ ਨੇ ਸਾਨੂੰ ਇਹ ਸਿੱਖਿਆਵਾਂ ਦਿੱਤੀਆਂ ਆ। ਇਸ ਚੀਜ਼ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ। ਔਰ ਇਹਨਾਂ ਦੇ ਲਈ ਇੱਕ ਚੀਜ਼ ਕਹੀ ਗਈ ਆ। ਕੋਈ ਜਣਾ 22ਵਾਂ ਭਾਵ, ਅੱਜ 22ਵਾਂ ਭਾਵ ਦੇਖਦੇ, ਕੋਈ ਜਣਾ ਇਸ ਦੀ 1 ਤੋਂ ਲੈ ਕੇ 14 ਆਇਤ ਤੱਕ ਪੜ੍ਹੀ ਪਹਿਲਾਂ। ਮੈਂ ਪੜ੍ਹ ਦਿੰਦਾ ਜੀ। ਹਾਂਜੀ, ਗੋ ਹੈਡ ਬ੍ਰਦਰ ਜੀ। ਪੰਨਾ ਹੈ 42। ਬੀਜੀ ਥੋੜਾ ਅਨਮਿਊਟ ਆ, ਮੇਰਾ ਮਿਊਟ ਹੋ ਗਿਆ। ਨਹੀਂ, ਇਹਨਾਂ ਦਾ ਬੀਜ ਕੁਲਦੀਪ ਬੀਜੀ ਹਾਂਜੀ ਹਾਂ, ਖੁੱਲਾ ਨਹੀਂ ਹਾਂ, ਉਹ ਪੜਦੇ ਸੀ ਪਹਿਲਾਂ ਤਾਂ। ਵਿਆਹ ਭੋਜ ਦੀ ਰੂਪ ਕਥਾ। ਯੀਸ਼ੂ ਨੇ ਲੋਕਾਂ ਨੂੰ ਫਿਰ ਰੂਪ ਕਥਾਵਾਂ ਦੁਆਰਾ ਕਹਿਣਾ ਸ਼ੁਰੂ ਕੀਤਾ, ਸਵਰਗ ਦਾ ਰਾਜ ਇੱਕ ਰਾਜਾ ਦੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਇੱਕ ਭੋਜ ਦਿੱਤਾ। ਉਸਨੇ ਆਪਣੇ ਨੌਕਰ ਨੂੰ ਵਿਆਹ ਭੋਜ ਵਿੱਚ ਸੱਦਿਆ ਹੋਇਆਂ ਨੂੰ ਸੱਦਾ ਦੇਣ ਦੇ ਲਈ ਘੱਲਿਆ, ਪਰ ਉਹਨਾਂ ਆਉਣ ਤੋਂ ਇਨਕਾਰ ਕੀਤਾ। ਇਸ ਲਈ ਉਸਨੇ ਕੁਝ ਹੋਰ ਨੌਕਰਾਂ ਨੂੰ ਇਹ ਕਹਿ ਕੇ ਸੱਦਿਆ ਹੋਇਆਂ ਪ੍ਰਾਹੁਣਿਆਂ ਕੋਲ ਘੱਲਿਆ, ਉਹਨਾਂ ਨੂੰ ਕਹੋ ਮੇਰਾ ਭੋਜ ਤਿਆਰ ਹੈ, ਮੇਰੇ ਪਲੇ ਅਤੇ ਮੋਟੇ ਜਾਨਵਰ ਕੱਟੇ ਜਾ ਚੁੱਕੇ ਹਨ ਅਤੇ ਬਾਕੀ ਸਭ ਕੁਝ ਵੀ ਤਿਆਰ ਹੈ, ਇਸ ਲਈ ਵਿਆਹ ਭੋਜ ਦੇ ਲਈ ਆਓ। ਪਰ ਸੱਦਿਆ ਹੋਇਆਂ ਪ੍ਰਾਹੁਣਿਆਂ ਨੇ ਉਹਨਾਂ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਬਾਹਰ ਚਲੇ ਗਏ, ਇੱਕ ਆਪਣੇ ਖੇਤ ਨੂੰ ਅਤੇ ਦੂਜਾ ਦੁਕਾਨ ਨੂੰ। ਬਾਕੀਆਂ ਨੇ ਉਸਦੇ ਨੌਕਰਾਂ ਨੂੰ ਫੜ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਤੇ ਮਾਰ ਦਿੱਤਾ। ਰਾਜਾ ਇਸ ਤੇ ਬਹੁਤ ਗੁੱਸੇ ਹੋਇਆ, ਇਸ ਲਈ ਉਸਨੇ ਆਪਣੀ ਸੈਨਾ ਘੱਲ ਕੇ ਉਹਨਾਂ ਕਾਤਲਾਂ ਦਾ ਨਾਸ਼ ਕਰ ਦਿੱਤਾ ਅਤੇ ਸ਼ਹਿਰ ਨੂੰ ਅੱਗ ਲਾ ਦਿੱਤੀ। ਫਿਰ ਉਸਨੇ ਆਪਣੇ ਨੌਕਰਾਂ ਨੂੰ ਕਿਹਾ, ਮੇਰਾ ਵਿਆਹ ਭੋਜ ਤਾਂ ਤਿਆਰ ਹੈ, ਪਰ ਸੱਦੇ ਹੋਏ ਪ੍ਰਾਹੁਣੇ ਇਸ ਦੇ ਯੋਗ ਨਹੀਂ ਸਨ, ਇਸ ਲਈ ਤੁਸੀਂ ਸ਼ਹਿਰ ਦੇ ਚਰਾਹਿਆਂ ਤੇ ਜਾਓ ਅਤੇ ਭੋਜ ਦੇ ਲਈ ਜਿੰਨੇ ਵੀ ਤੁਹਾਨੂੰ ਮਿਲਣ ਸੱਦ ਲਿਆਓ। ਨੌਕਰ ਸੜਕਾਂ ਤੇ ਗਏ ਅਤੇ ਸਭ ਨੂੰ ਜੋ ਉਹਨਾਂ ਨੂੰ ਮਿਲੇ ਅਰਥਾਤ ਚੰਗਿਆਂ ਮੰਦਿਆਂ ਨੂੰ ਸੱਦ ਲਿਆਏ, ਇੱਥੋਂ ਤੱਕ ਕਿ ਭੋਜ ਸਭ ਭਰ ਗਿਆ। ਫਿਰ ਰਾਜਾ ਪ੍ਰਾਹੁਣਿਆਂ ਨੂੰ ਮਿਲਣ ਦੇ ਲਈ ਆਇਆ। ਉੱਥੇ ਉਸਨੇ ਇੱਕ ਆਦਮੀ ਨੂੰ ਦੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਾਏ ਹੋਏ ਸਨ। ਰਾਜਾ ਨੇ ਉਸ ਆਦਮੀ ਤੋਂ ਪੁੱਛਿਆ, ਮਿੱਤਰ, ਤੂੰ ਇੱਥੇ ਬਿਨਾਂ ਵਿਆਹ ਵਾਲੇ ਕੱਪੜੇ ਪਾਇਆ ਕਿਸ ਤਰ੍ਹਾਂ ਆ ਗਿਆ ਹੈ? ਪਰ ਉਸ ਆਦਮੀ ਨੇ ਕੋਈ ਉੱਤਰ ਨਾ ਦਿੱਤਾ। ਇਸ ਲਈ ਰਾਜਾ ਨੇ ਸੇਵਕ ਨੂੰ ਕਿਹਾ, ਇਸ ਦੇ ਹੱਥ ਪੈਰ ਬੰਨੋ ਅਤੇ ਬਾਹਰ ਹਨੇਰੇ ਵਿੱਚ ਸੁੱਟ ਦਿਓ, ਉੱਥੇ ਰੋਣਾ ਅਤੇ ਦੰਦਾਂ ਦਾ ਪੀਣਾ ਹੋਵੇਗਾ। ਯੀਸ਼ੂ ਨੇ ਅੰਤ ਵਿੱਚ ਕਿਹਾ, ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜੇ ਹੀ ਹਨ। ਫਰੀਸੀ ਉੱਥੇ ਖੜੇ ਆ ਇਸ ਵੇਲੇ। ਬਚਨ 'ਚ ਲਿਖਿਆ ਨਾ ਕਿ ਉਹ ਆਪਣਿਆਂ ਕੋਲ ਆਇਆ, ਆਪਣਿਆਂ ਨੇ ਉਸਨੂੰ ਸਵੀਕਾਰ ਨਾ ਕੀਤਾ, ਪਰ ਜਿੰਨਿਆਂ ਨੇ ਉਸਨੂੰ ਸਵੀਕਾਰ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਉਹ ਚੀਜ਼ ਇੱਥੇ ਖੁੱਲਦੀ ਪਈ। ਪ੍ਰਭੂ ਯਿਸੂ ਨੇ ਇਹਨਾਂ ਨੂੰ ਆਵਾਜ਼ ਦਿੱਤੀ, ਲੇਕਿਨ ਉਹਨਾਂ ਨੇ ਉਹ 3.5 ਸਾਲ ਇਸ ਚੀਜ਼ ਦੇ ਉੱਤੇ ਜ਼ੋਰ ਲਾ ਰੱਖਿਆ ਕਿ ਜਿਹੜੇ ਇਹ ਸਾਨੂੰ ਮਿਰਾਕਲ ਕਰਕੇ ਦਿਖਾਉਂਦਾ, ਇਹ ਬੁਰੀਆਂ ਆਤਮਾਵਾਂ ਵੱਲੋਂ, ਇਹਦੇ ਵਿੱਚ ਪ੍ਰਭੂ ਦਾ ਆਤਮਾ ਨੇ, ਇਹ ਉਹ ਆਇਆ ਹੋਇਆ ਮਸੀਹਾ ਨੇ। ਯਹੂਨਾ ਬਪਤਿਸਮਾ ਦੇਣ ਵਾਲੇ ਚ ਤੋਂ ਆਇਆ ਹੋਇਆ ਮਸੀਹਾ ਲੱਭਦੇ ਪਏ, ਪਰ ਜਿਹੜਾ ਆਇਆ ਉਸ ਨੂੰ ਨਹੀਂ ਲੱਭਦੇ ਪਏ। ਫਿਰ ਉਸਨੇ ਕੀ ਕਿਹਾ ਕਿ ਸਦਾ ਇਹਨਾਂ ਨੂੰ ਗਿਆ ਸੀਗਾ, ਪਰ ਇਹ ਨਹੀਂ ਆਏ।
ਪਰ ਉਸਨੇ ਕਿਹਾ ਕਿ ਉਸਨੇ ਉਸ ਸ਼ਹਿਰ ਨੂੰ ਅੱਗ ਲਾ ਦਿੱਤੀ। ਸਨ 70 ਦੇ ਵਿੱਚ ਟਾਈਟਸ ਆਇਆ ਸੀ, ਜਿਹੜਾ ਹਾਲੇ ਐਂਪਰਰ ਨਹੀਂ ਸੀ, ਜਨਰਲ ਹੀ ਸੀਗਾ। ਇਹਨਾਂ ਨੇ ਬਗਾਵਤ ਕੀਤੀ ਸੀਗੀ। ਉਦੋਂ ਦਾ ਮੰਦਿਰ ਢੱਠਾ ਆ, ਹੱਲੇ ਨਹੀਂ ਬਣਿਆ, ਕੰਧ ਖੜੀ। ਉਸਨੇ ਇੱਟ ਦੇ ਨਾਲ ਇੱਟ ਵਜਾ ਕੇ ਰੱਖ ਦਿੱਤੀ ਸੀ, ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ। ਸ਼ਹਿਰ ਨੂੰ ਉਸਨੇ ਅੱਗ ਲਾ ਦਿੱਤੀ ਸੀ। ਔਰ ਠੀਕ ਪ੍ਰਭੂ ਯਿਸੂ ਮਸੀਹ ਦੇ ਜਾਣ ਤੋਂ ਬਾਅਦ 35-36 ਸਾਲ ਜਾਣ ਤੋਂ ਬਾਅਦ ਤੇ ਕੁਛ ਨਹੀਂ ਰਿਹਾ, ਕੁਛ ਨਹੀਂ ਬਚਿਆ। ਪਰ ਉਸਨੇ ਜਿਹੜੇ ਫਿਰ ਬਾਹਰਲੇ ਸੱਜਣੇ ਸੀਗੇ, ਜਿਨ੍ਹਾਂ ਨੂੰ ਉਹ ਸਾਮਰੀ ਕਹਿੰਦੇ ਸੀ, ਜਿਨ੍ਹਾਂ ਨੂੰ ਗਲੀਲੀ ਕਹਿੰਦੇ ਸੀ, ਜਿਨ੍ਹਾਂ ਨੂੰ ਉਹ ਦੂਜੀਆਂ ਕੌਮਾਂ ਦੇ ਲੋਕ ਕਹਿੰਦੇ ਸੀ, ਪ੍ਰਭੂ ਨੇ ਉਹਨਾਂ ਨੂੰ ਸੱਦਾ ਹੋਰ ਉਹ ਆਏ। ਔਰ ਜਿਹੜੇ ਇੱਕ ਦੀ ਗੱਲ ਕੀਤੀ ਜਾ ਰਹੀ ਹੈ ਨਾ, ਉਹ ਇਹ ਹੈ ਕਿ ਉਹ ਆਇਆ ਤਾਂ ਜ਼ਰੂਰ, ਪਰ ਉਹਦਾ ਮਨ ਉੱਥੇ ਹੈ, ਉਹਦਾ ਮਨ ਨਹੀਂ ਹੈਗਾ। ਮਨ ਉਹਦਾ ਦੋਨਾਂ ਪਾਸਿਆਂ 'ਚ, ਉਹਦੇ ਲਈ ਉਹ ਗੱਲ ਕਰ। ਪਰ ਇਹ ਸੁਣ ਕੇ ਉਹਨਾਂ ਫਰੀਸੀਆਂ ਨੂੰ ਅੱਗ ਲੱਗ ਗਈ। ਹੁਣ ਉਹਨਾਂ ਨੇ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ ਕਿ ਹੁਣ ਇਹਨੂੰ ਸ਼ਬਦਾਂ ਦੇ ਹੇਰ ਫੇਰ ਦੇ ਵਿੱਚ ਫਸਾ ਕੇ ਤੇ ਇਹਨੂੰ ਮਾਰੀਏ ਜਾਣਾ। ਸੋ ਅਗਰ ਅਸੀਂ 15 ਤੋਂ ਲੈ ਕੇ 22 ਤੱਕ ਦੇਖਾਂਗੇ, ਔਰ ਜਿਸ ਨੂੰ ਮਿਲ ਜਾ ਉਸ ਨੂੰ ਪੜ੍ਹ ਲਓ। 15 ਤੋਂ 22 ਮੈਂ ਪੜ੍ਹ ਦਿੰਦੀ ਹਾਂ। ਹਾਂਜੀ, ਇਸੇ ਤਰ੍ਹਾਂ ਕੋਈ ਇੱਕ ਜਣਾ ਪੜ੍ਹੇਗਾ 23 ਤੋਂ ਲੈ ਕੇ 33 ਤਾਈਂ, ਔਰ ਇੱਕ ਜਣਾ ਪੜੂਗਾ 34 ਤੋਂ ਲੈ ਕੇ 40 ਤੱਕ। ਅਗਲੇ ਦੋ ਹਿੱਸੇ ਉਹ ਵੀ ਤਿਆਰ ਰੱਖਿਓ। ਹਾਂਜੀ ਗੱਲ ਟੈਕਸ ਸੰਬੰਧੀ ਪ੍ਰਸ਼ਨ। ਸੋ ਫਰੀਸੀ ਗਏ ਅਤੇ ਮਿਲ ਕੇ ਸਲਾਹ ਕੀਤੀ ਕਿ ਕਿਸ ਤਰ੍ਹਾਂ ਯਿਸੂ ਨੂੰ ਸ਼ਬਦਾਂ ਦੇ ਹੇਰ-ਫੇਰ ਵਿੱਚ ਫਸਾਇਆ ਜਾਵੇ। ਇਸ ਦੇ ਲਈ ਉਹਨਾਂ ਨੇ ਕੁਝ ਆਪਣੇ ਸਾਥੀਆਂ ਨੂੰ ਹੈਰੋਦੇਸ ਦੇ ਦਲ ਦੇ ਲੋਕਾਂ ਨਾਲ ਯਿਸੂ ਕੋਲ ਘੱਲਿਆ। ਉਹਨਾਂ ਨੇ ਯਿਸੂ ਤੋਂ ਪੁੱਛਿਆ, ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸੱਚੇ ਹੋ। ਤੁਸੀਂ ਕਿਸੇ ਦਾ ਮੂੰਹ ਦੇਖ ਕੇ ਕੋਈ ਗੱਲ ਨਹੀਂ ਕਹਿੰਦੇ ਹੋ, ਸਗੋਂ ਸੱਚਾਈ ਨਾਲ ਪਰਮੇਸ਼ਵਰ ਦੇ ਮਾਰਗ ਬਾਰੇ ਲੋਕਾਂ ਨੂੰ ਸਿੱਖਿਆ ਦਿੰਦੇ ਹੋ। ਇਸ ਲਈ ਸਾਨੂੰ ਦੱਸੋ, ਤੁਹਾਡਾ ਕੀ ਵਿਚਾਰ ਹੈ? ਕੀ ਕੈਸਰ ਅਰਥਾਤ ਸਮਰਾਟ ਨੂੰ ਟੈਕਸ ਦੇਣਾ ਠੀਕ ਹੈ ਜਾਂ ਨਹੀਂ? ਯਿਸੂ ਨੇ ਉਹਨਾਂ ਦੇ ਦਿਲਾਂ ਦੀ ਮਕਾਰੀ ਨੂੰ ਜਾਣਦੇ ਹੋਏ ਉਹਨਾਂ ਨੂੰ ਕਿਹਾ, ਹੇ ਧੋਖੇਬਾਜ਼ੋ, ਤੁਸੀਂ ਮੈਨੂੰ ਕਿਉਂ ਪਰਖ ਰਹੇ ਹੋ? ਮੈਨੂੰ ਇੱਕ ਉਹ ਸਿੱਕਾ ਦਿਖਾਓ ਜੋ ਤੁਸੀਂ ਟੈਕਸ ਦੇ ਲਈ ਦਿੰਦੇ ਹੋ। ਉਹ ਇੱਕ ਸਿੱਕਾ ਯਿਸੂ ਕੋਲ ਲੈ ਆਏ। ਫਿਰ ਯਿਸੂ ਨੇ ਉਹਨਾਂ ਤੋਂ ਪੁੱਛਿਆ, ਇਸ ਉੱਤੇ ਕਿਸ ਦਾ ਚਿੱਤਰ ਅਤੇ ਲਿਖਿਤ ਹੈ? ਉਹਨਾਂ ਨੇ ਉੱਤਰ ਦਿੱਤਾ, ਕੈਸਰ ਦਾ। ਯਿਸੂ ਨੇ ਉਹਨਾਂ ਨੂੰ ਕਿਹਾ, ਜੋ ਕੈਸਰ ਦਾ ਹੈ ਕੈਸਰ ਨੂੰ ਦਿਓ, ਅਤੇ ਜੋ ਪਰਮੇਸ਼ਵਰ ਦਾ ਹੈ ਪਰਮੇਸ਼ਵਰ ਨੂੰ ਦਿਓ। ਜਦੋਂ ਉਹਨਾਂ ਨੇ ਯਿਸੂ ਦਾ ਇਹ ਉੱਤਰ ਸੁਣਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਯਿਸੂ ਨੂੰ ਛੱਡ ਕੇ ਉੱਥੋਂ ਚਲੇ ਗਏ। ਸੋ ਉਹਨਾਂ ਦਾ ਜਿਹੜਾ ਸੀਗਾ, ਜਿਹੜਾ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਸਾਰਾ ਕੁਝ ਪਹਿਲਾਂ ਪਾਇਆ ਨਾ ਚਾਰਾ ਜਿਹਾ, ਉਹ ਇਹ ਦਿਖਾਉਂਦੇ ਪਏ ਕਿ ਤੂੰ ਵੀ ਸਾਡੇ ਵਰਗਾ ਹੀ ਆ, ਤੂੰ ਸਾਡੀ ਪਾਰਟੀ ਦਾ ਬੰਦਾ ਹੈ। ਤੇ ਤੈਨੂੰ ਤਾਂ ਇਸ ਚੀਜ਼ ਦਾ ਪਤਾ ਹੈ ਕਿ ਅਸੀਂ ਜਿੱਦਾਂ ਕੈਸਰ ਦੇ ਖਿਲਾਫ ਹਾਂ, ਅਸੀਂ ਰੋਮ ਦੇ ਖਿਲਾਫ ਹਾਂ। ਸੋ ਹੁਣ ਤੂੰ ਇਹ ਦੱਸ ਕਿ ਤੂੰ ਇਹਦੇ ਵਿੱਚ ਸਾਡੇ ਨਾਲ ਆ ਕਿ ਕੈਸਰ ਨੂੰ ਟੈਕਸ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ? ਯਿਸੂ ਨੇ ਕਿਹਾ, ਮੈਂ ਤੁਹਾਡੇ ਨਾਲ ਹਾਂ, ਪਰ ਮੈਂ ਤੁਹਾਨੂੰ ਸੱਦਾ ਦੇਣ ਜ਼ਰੂਰ ਆਇਆ ਕਿ ਵਿਆਹ ਭੋਜ ਤਿਆਰ ਆ, ਹਾਲੇ ਵੀ ਆ। ਯਿਸੂ ਨੇ ਕਿਹਾ, ਮੈਨੂੰ ਸਿੱਕਾ ਦਿਖਾਓ ਜਿਹਦੇ ਨਾਲ ਤੁਸੀਂ ਟੈਕਸ ਦਿੰਦੇ ਹੋ। ਉਹ ਦਿਖਾਇਆ, ਕਹਿੰਦੇ ਤੇ ਤਸਵੀਰ ਕਿਹਦੀ ਹੈ? ਕੈਸਰ ਦੀ। ਕਹਿੰਦਾ, ਜੋ ਕੈਸਰ ਦਾ ਉਹ ਕੈਸਰ ਨੂੰ ਦੇ ਦਿਓ, ਜੋ ਪ੍ਰਭੂ ਦਾ ਬਣਦਾ ਪ੍ਰਭੂ ਨੂੰ ਦੇ ਦਿਓ। ਉਹਨਾਂ ਕੋਲ ਕੋਈ ਜਵਾਬ ਨਹੀਂ ਰਹਿ ਗਿਆ। ਹੁਣ ਜਿਹੜਾ ਇੱਕ ਦੂਜਾ ਗਰੁੱਪ ਆ ਉਹ ਆਇਆ, ਉਹ ਹੈਗਾ ਸਦੂਕੀਆਂ ਦਾ। ਉਹ ਪੁਨਰੁਥਾਨ ਨੂੰ ਨਹੀਂ ਮੰਨਦੇ। ਸੋ ਕੋਈ ਜਾਣਾ ਇਸ ਤੋਂ 23 ਤੋਂ ਲੈ ਕੇ ਇਸ ਦੀ 33 ਆਇਤ ਤੱਕ ਪੜ੍ਹ। ਮੈਂ ਪੜ੍ਹ ਦਿੰਦਾ ਜੀ। ਪੁਨਰੁਥਾਨ ਸੰਬੰਧੀ ਪ੍ਰਸ਼ਨ। ਉਸੇ ਦਿਨ ਕੁਝ ਸਦੂਕੀ ਯਿਸੂ ਕੋਲ ਆਏ। ਸਦੂਕੀ ਪੁਨਰੁਥਾਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਹਨ। ਉਹਨਾਂ ਨੇ ਯਿਸੂ ਨੂੰ ਕਿਹਾ, ਗੁਰੂ ਜੀ, ਮੂਸਾ ਨੇ ਕਿਹਾ ਹੈ, ਜੇਕਰ ਕੋਈ ਆਦਮੀ ਬੇਔਲਾਦ ਮਰ ਜਾਵੇ ਤਾਂ ਉਸ ਦਾ ਭਰਾ ਉਸ ਆਦਮੀ ਦੀ ਵਿਧਵਾ ਨਾਲ ਵਿਆਹ ਕਰੇ ਅਤੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ। ਪਰ ਸਾਡੇ ਇੱਥੇ ਭਰਾ ਰਹਿੰਦੇ ਸਨ। ਸਭ ਤੋਂ ਵੱਡੇ ਨੇ ਵਿਆਹ ਕੀਤਾ, ਪਰ ਉਹ ਬੇਔਲਾਦ ਹੀ ਰਿਹਾ ਤੇ ਮਰ ਗਿਆ। ਆਪਣੀ ਵਿਧਵਾ ਆਪਣੇ ਭਰਾ ਦੇ ਲਈ ਛੱਡ ਗਿਆ। ਇਹੋ ਹਾਲ ਦੂਜੇ ਦਾ ਅਤੇ ਤੀਜੇ ਭਰਾ ਦਾ ਹੋਇਆ। ਅੰਤ ਸੱਤੇ ਇਸੇ ਤਰ੍ਹਾਂ ਮਰ ਗਏ।
ਇਹਨਾਂ ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ। ਤੇ ਜਦੋਂ ਸਾਰੇ ਮੁਰਦੇ ਜੀ ਉੱਠਣਗੇ, ਉਹ ਔਰਤ ਕਿਸ ਦੀ ਪਤਨੀ ਹੋਵੇਗੀ, ਕਿਉਂਕਿ ਸਭਨਾਂ ਨੇ ਉਸ ਨਾਲ ਵਿਆਹ ਕੀਤਾ ਸੀ। ਯਿਸੂ ਨੇ ਉੱਤਰ ਦਿੱਤਾ, ਤੁਸੀਂ ਕਿੰਨੀ ਭੁੱਲ ਕਰ ਰਹੇ ਹੋ। ਇਹ ਇਸ ਲਈ ਕਿ ਨਾ ਤਾਂ ਤੁਸੀਂ ਗ੍ਰੰਥਾਂ ਨੂੰ ਜਾਣਦੇ ਹੋ ਤੇ ਨਾ ਹੀ ਪਰਮੇਸ਼ਰ ਦੀ ਸ਼ਕਤੀ ਨੂੰ, ਕਿਉਂਕਿ ਪੁਨਰ ਉਥਾਨ ਸਮੇਂ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਨਹੀਂ ਹੁੰਦਾ, ਸਗੋਂ ਉਹ ਸਵਰਗ ਦੂਤਾਂ ਵਰਗੇ ਹੁੰਦੇ ਹਨ। ਰਹੀ ਮੁਰਦਿਆਂ ਦੇ ਜੀ ਉੱਠਣ ਦੀ ਗੱਲ, ਕੀ ਤੁਸੀਂ ਕਦੀ ਪੜ੍ਹਿਆ ਨਹੀਂ ਹੈ? ਪਰਮੇਸ਼ਰ ਨੇ ਤੁਹਾਨੂੰ ਕੀ ਕਿਹਾ ਸੀ? ਮੈਂ ਅਬਰਾਹਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਕੂਬ ਦਾ ਪਰਮੇਸ਼ਰ ਹਾਂ। ਇਸ ਲਈ ਉਹ ਮੁਰਦਿਆਂ ਦਾ ਪਰਮੇਸ਼ਰ ਨਹੀਂ, ਸਗੋਂ ਜਿਉਂਦਿਆਂ ਦਾ ਹੈ। ਜਦੋਂ ਭੀੜ ਦੇ ਲੋਕਾਂ ਨੇ ਇਹ ਸੁਣਿਆ ਤਾਂ ਉਹ ਸਭ ਯਿਸੂ ਦੀ ਸਿੱਖਿਆ ਤੋਂ ਹੈਰਾਨ ਰਹਿ ਗਏ। ਆਮੀਨ। ਕਿਉਂਕਿ ਉਹ ਸਿਰਫ ਪੈਂਟੀਟਿਊਕ ਪੜ੍ਹਦੇ, ਪਹਿਲੀਆਂ 5 ਕਿਤਾਬਾਂ ਲੋਕੀ ਪੜ੍ਹਦੇ ਹੁੰਦੇ ਸੀ, ਔਰ ਪਹਿਲੀਆਂ 5 ਕਿਤਾਬਾਂ ਦੇ ਵਿੱਚ ਪੁਨਰੁਥਾਨ ਦਾ ਜ਼ਿਕਰ ਹੈ ਨਹੀਂ। ਸੋ ਇਸ ਚੀਜ਼ ਨੂੰ ਲੈ ਕੇ ਉਹ ਯਿਸੂ ਤੋਂ ਆਏ, ਔਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਉਹਨਾਂ 5 ਕਿਤਾਬਾਂ ਦੇ ਵਿੱਚੋਂ ਹੀ ਜਵਾਬ ਦਿੱਤਾ। ਔਰ ਜਿਸ ਵੇਲੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਇਹ ਚੀਜ਼ ਆ ਕੇ ਪੁੱਛੀ ਕਿ ਪ੍ਰਭੂ ਜੀ ਸਾਨੂੰ ਵੀ ਜਵਾਬ ਦਿਓ, ਸਾਡੀ ਗੱਲ ਦਾ। ਤੇ ਸਾਡੇ ਪਿੰਡ ਦੇ ਵਿੱਚ 7 ਭਰਾ ਸੀਗੇ, ਔਰ ਵੱਡੇ ਨੇ ਵਿਆਹ ਕੀਤਾ, ਉਹਦੇ ਬੱਚਾ ਨਹੀਂ ਹੋਇਆ, ਔਰ ਇਸੇ ਤਰ੍ਹਾਂ ਦੂਸਰੇ ਭਰਾ ਨੂੰ ਉਹ ਮਿਲ ਗਈ, ਕਿਉਂਕਿ ਉਸਨੇ ਉਸਦੇ ਭਰਾ ਦੇ ਲਈ ਔਲਾਦ ਤਾਂ ਕਿ ਉਹਦਾ ਖਾਨਦਾਨ ਚੱਲੇ। ਇਸੇ ਤਰ੍ਹਾਂ ਉਹ ਸੱਤੇ ਮਰ ਗਏ, ਅਖੀਰ ਉਹ ਵੀ ਮਰ ਗਏ। ਸਵਰਗ ਦੇ ਵਿੱਚ ਜਿਹੜੇ ਪੁਨਰੁਥਾਨ ਹੋਏਗਾ ਤਾਂ ਉਹ ਕਿਹਦੀ ਪਤਨੀ ਹੋਈ? ਯਿਸੂ ਨੂੰ ਪਤਾ ਕਿ ਤੁਸੀਂ ਪੁਨਰੁਥਾਨ ਨੂੰ ਮੰਨਦੇ ਹੀ ਨਹੀਂ, ਤੇ ਮੈਨੂੰ ਤੁਸੀਂ ਇਹ ਸਵਾਲ ਕਰਦੇ ਪਏ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਜਵਾਬ ਪਤਾ ਕਿੱਥੋਂ ਦਿੱਤਾ? ਜਿੱਥੇ ਮੂਸਾ ਦੇ ਕੋਲ ਪ੍ਰਭੂ ਦੀ ਆਵਾਜ਼ ਆ ਰਹੀ ਸੀ। ਮੂਸਾ ਨੂੰ ਅੱਗ ਦੇ ਮੋੜੇ, ਜਿਸ ਲਈ ਉਹ ਅੱਗ ਦੀ ਝਾੜੀ ਦੇਖਦਾ ਪਿਆ, ਤੇ ਉੱਥੇ ਉਸਨੇ ਮੂਸਾ ਨੂੰ ਕਿਹਾ ਕਿ ਮੈਂ ਅਬਰਾਹਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਰ ਹਾਂ। ਸਮਝਣ ਵਾਲੀ ਗੱਲ ਇੱਥੇ ਇਹ ਹੈ ਕਿ ਪ੍ਰਭੂ ਨੇ ਇਹ ਨਹੀਂ ਕਿਹਾ ਕਿ ਮੈਂ ਅਬਰਾਹਮ, ਇਸਹਾਕ ਤੇ ਯਾਕੂਬ ਦਾ ਪਰਮੇਸ਼ਰ ਸੀ। ਜੇ ਉਹ ਕਹਿੰਦਾ ਕਿ ਮੈਂ ਅਬਰਾਹਮ, ਇਸਹਾਕ ਤੇ ਯਾਕੂਬ ਦਾ ਪਰਮੇਸ਼ਰ ਸੀ, ਤਾਂ ਫਿਰ ਉਹ ਮਰ ਗਏ, ਫਿਰ ਸਭ ਕੁਝ ਖਤਮ। ਪਰ ਜੇ ਉਹ ਇਹ ਕਹਿ ਰਿਹਾ ਕਿ ਮੈਂ ਅਬਰਾਹਮ, ਯਾਕੂਬ, ਇਸਹਾਕ ਤੇ ਯਾਕੂਬ ਦਾ ਪਰਮੇਸ਼ਰ ਹਾਂ, ਤਾਂ ਫਿਰ ਉਹ ਪ੍ਰਭੂ ਦੇ ਘਰ ਦੇ ਵਿੱਚ ਜਿਉਂਦਾ। ਔਰ ਉਸਨੇ ਕਿਹਾ, ਭੁੱਲ ਤੁਸੀਂ ਇਹ ਕਰਦੇ ਪਏ ਕਿ ਪਰਮੇਸ਼ਰ ਮਰਿਆ ਹੋਇਆਂ ਦਾ ਪਰਮੇਸ਼ਰ ਨਹੀਂ, ਤੁਸੀਂ ਉਹਨਾਂ ਨੂੰ ਮਾਰ ਦਿੱਤਾ। ਪ੍ਰਭੂ ਜਿਉਂਦਿਆਂ ਦਾ ਪਰਮੇਸ਼ਰ, ਉਹ ਜਿਉਂਦਿਆਂ ਦਾ ਪਰਮੇਸ਼ਰ। ਔਰ ਸਵਰਗ ਦੇ ਵਿੱਚ ਕੋਈ ਵੀ ਨਾ ਪਤਨੀ ਹੋਣ ਦੇ ਲਈ ਹੋਏਗਾ, ਨਾ ਪਤੀ ਹੋਣ ਦੇ ਲਈ ਹੋਏਗਾ, ਸਭ ਸਵਰਗ ਦੂਤਾਂ ਦੀ ਤਰ੍ਹਾਂ ਹੋਣਗੇ। ਇੱਕ ਦੂਜੇ ਨੂੰ ਅਸੀਂ ਜਾਣਦੇ ਹੋਵਾਂਗੇ, ਲੇਕਿਨ ਜਿਹੜਾ ਸਾਡਾ ਰਿਸ਼ਤਾ ਹੈ ਉਹ ਸਾਡੇ ਬਾਪ ਦੇ ਨਾਲ ਹੋਏਗਾ, ਸਾਡੇ ਭਰਾ ਦੇ ਨਾਲ ਹੋਏਗਾ, ਪਵਿੱਤਰ ਆਤਮਾ ਦੀ ਹਜ਼ੂਰੀ ਹੋਏਗੀ। ਇਹਨਾਂ ਰਿਸ਼ਤਿਆਂ ਦੀ ਉੱਤੇ ਕੋਈ ਖਾਸ ਜ਼ਰੂਰਤ ਨਹੀਂ ਹੋਏਗੀ, ਕੋਈ ਸੰਬੰਧ ਨਹੀਂ ਹੋਏਗਾ, ਲੇਕਿਨ ਇੱਕ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਸਾਡੇ ਲਈ ਇੱਕ ਸ਼ਾਂਤੀ ਹੋਈ। ਕਿਉਂਕਿ ਜਿਸ ਵੇਲੇ ਪ੍ਰਭੂ ਨੇ ਮਨੁੱਖ ਨੂੰ ਬਣਾਇਆ ਸੀ ਤਾਂ ਉਸਨੇ ਇੱਕ ਬਣਾਇਆ ਸੀ, ਔਰ ਉਸ ਸਮੇਂ ਜੋ ਉਹਦਾ ਪਰਮੇਸ਼ਰ ਦੇ ਨਾਲ, ਆਦਮ ਦਾ ਪਰਮੇਸ਼ਰ ਦੇ ਨਾਲ ਰਿਸ਼ਤਾ ਸੀ, ਉਹ ਇੱਕ ਨੇਕੀ ਦਾ ਔਰ ਪਿਆਰ ਦਾ ਰਿਸ਼ਤਾ ਸੀ, ਔਰ ਉਹੀ ਰਿਸ਼ਤਾ ਸਾਡਾ ਪ੍ਰਭੂ ਦੇ ਨਾਲ ਹੋਏਗਾ। ਇਹ ਪ੍ਰਭੂ ਦੀ ਬਰਕਤ। ਔਰ ਜਿਸ ਵੇਲੇ ਪ੍ਰਭੂ ਨੇ ਉਹਨਾਂ ਨੇ ਇਹ ਜਵਾਬ ਸੁਣਿਆ, ਫਰੀਸੀ ਵੀ ਵਿਚਾਰੇ ਪਿੱਛੇ ਨੂੰ ਹੋ ਗਏ। ਇਹ ਕੀ ਹੋਇਆ? ਹੁਣ ਆਓ ਅਸੀਂ ਇਸ ਨੂੰ 34 ਤੋਂ ਲੈ ਕੇ 40 ਤੱਕ ਮੈਂ ਪੜ੍ਹਦੀ। ਸਾਰਿਆਂ ਤੋਂ ਵੱਡੀ ਆਗਿਆ। ਜਦੋਂ ਫਾਰਸੀਆਂ ਨੂੰ ਪਤਾ ਲੱਗਾ ਕਿ ਯਿਸੂ ਨੇ ਸਦੂਕੀਆਂ ਨੂੰ ਚੁੱਪ ਕਰਾ ਦਿੱਤਾ ਹੈ, ਤਾਂ ਉਹ ਵੀ ਇਕੱਠੇ ਹੋ ਕੇ ਉਹਨਾਂ ਕੋਲ ਆਏ। ਉਹਨਾਂ ਵਿੱਚੋਂ ਇੱਕ ਨੇ, ਜੋ ਧਰਮ ਗ੍ਰੰਥੀ ਸੀ, ਇਸ ਪ੍ਰਸ਼ਨ ਦੁਆਰਾ ਯਿਸੂ ਨੂੰ ਪਰਖਣਾ ਚਾਹਿਆ, ਗੁਰੂ ਜੀ, ਸਭ ਤੋਂ ਵੱਡੀ ਆਗਿਆ ਕਿਹੜੀ ਹੈ?
ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਸਾਰੇ ਪ੍ਰਾਣ ਅਤੇ ਸਾਰੀ ਬੁੱਧ ਨਾਲ ਪਿਆਰ ਕਰ। ਇਹ ਸਭ ਤੋਂ ਵੱਡੀ ਅਤੇ ਜ਼ਰੂਰੀ ਆਗਿਆ ਹੈ। ਦੂਜੀ ਆਗਿਆ ਜੋ ਇਸ ਤਰ੍ਹਾਂ ਜ਼ਰੂਰੀ ਹੈ, ਤੂੰ ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਪਿਆਰ ਕਰ। मूसा ਦਾ ਸਾਰਾ ਨੇਮ, ਸ਼ਾਸਤਰ ਅਤੇ ਨਬੀਆਂ ਦੀਆਂ ਸਾਰੀਆਂ ਸਿੱਖਿਆਵਾਂ ਇਹਨਾਂ ਦੋਹਾਂ ਆਗਿਆਵਾਂ ਦੇ ਆਧਾਰਿਤ ਹਨ। ਆਧਾਰਿਤ ਤੇ ਹੈ। ਦੇਖੋ ਪ੍ਰਭੂ ਨੇ ਕੀ ਇੱਥੇ ਚੀਜ਼ ਕਹੀ, ਇਸ ਨੂੰ ਬੜੇ ਧਿਆਨ ਦੇ ਨਾਲ ਦੇਖਿਓ। ਜਿਸ ਵੇਲੇ ਪ੍ਰਭੂ ਨੇ ਉਸ ਸਿਯੋਨ ਪਹਾੜ, ਜਿਹੜਾ ਪਹਾੜੀ ਸੀਗੀ, ਉਹਦੇ ਤੋਂ ਜਿਹੜਾ ਉਹਨਾਂ ਨੂੰ ਪ੍ਰਭੂ ਨੇ ਆਪਣਾ ਸਾਰਾ ਨੇਮ ਦਿੱਤਾ ਸੀ, ਤੇ ਉਸ ਦੇ ਵਿੱਚ 10 ਉਸਨੇ ਹੁਕਮ ਦਿੱਤੇ ਸੀ, ਜਿਸ ਦੇ ਵਿੱਚੋਂ ਪਹਿਲੇ 4 ਸਿਰਫ ਪ੍ਰਭੂ ਦੇ ਨਾਲ, ਔਰ ਉਸ ਤੋਂ ਅਗਲਾ ਜਿਹੜਾ ਸਾਡਾ ਆਪਣੇ ਮਾਂ-ਬਾਪ ਦੇ ਨਾਲ, ਔਰ ਫਿਰ ਉਸ ਤੋਂ ਜਿਹੜੇ ਅਗਲੇ ਸਾਰੇ ਸਾਡੇ ਭਰਾ ਦੇ ਨਾਲ, ਕਮਿਊਨਿਟੀ ਦੇ ਨਾਲ ਸਾਡਾ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ। ਸੋ ਪ੍ਰਭੂ ਨੇ ਉਹਨਾਂ 10 ਆਇਤਾਂ ਨੂੰ 2 ਹਿੱਸਿਆਂ 'ਚ ਵੰਡ ਦਿੱਤਾ। ਤਾਂ ਉਸਨੇ ਕਿਹਾ ਕਿ ਤੂੰ ਆਪਣੇ ਪ੍ਰਭੂ ਦਾ ਆਪਣੀ ਸਾਰੀ ਬੁੱਧ, ਆਪਣੀ ਸਾਰੀ ਸਮਝ, ਆਪਣੀ ਸਾਰੀ ਤਾਕਤ ਦੇ ਨਾਲ ਆਪਣੇ ਪ੍ਰਭੂ ਦੀ ਔਰ ਸਿਰਫ ਉਸ ਦੀ ਤੂੰ ਉਸਤਤ ਕਰ ਔਰ ਉਸ ਨੂੰ ਪਿਆਰ ਕਰ। ਔਰ ਦੂਸਰਾ ਉਸਨੇ ਕਿਹਾ, ਥੱਲੜੀਆਂ ਜਿਹੜੀਆਂ 5 ਸੀਗੀਆਂ ਉਹਨਾਂ ਨੂੰ ਇੱਕ ਥਾਂ ਇਕੱਠੇ ਕਰ ਦਿੱਤਾ, ਆਪਣੇ ਗੁਆਂਢੀ ਨੂੰ ਆਪਣੇ ਦੇ ਨਾਲ ਪਿਆਰ ਕਰ। ਔਰ ਇਹੋ ਹੀ ਸੰਤ ਪੌਲ ਕਹਿ ਰਹੇ, ਇਹੋ ਹੀ ਸੰਤ ਪੌਲ ਕਹਿ ਰਹੇ। ਔਰ ਇਹ ਉਹ ਚੀਜ਼ਾਂ ਸੰਤ ਪੌਲ ਸਾਨੂੰ ਦੱਸਦੇ ਪਏ ਆ ਜਿਨ੍ਹਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਇਹਨਾਂ ਫਰੀਸੀਆਂ ਸਦੂਕੀਆਂ ਦੇ ਮੂੰਹ ਬੰਦ ਕੀਤੇ ਸੀ। ਔਰ ਉਸ ਤੋਂ ਬਾਅਦ ਇਹਨਾਂ ਕੋ ਕਹਿਣ ਦੇ ਲਈ ਕੁਛ ਨਹੀਂ ਰਹਿ ਗਿਆ। ਔਰ ਫਿਰ ਕੀ ਕਹਿੰਦਾ, ਜਦੋਂ ਫਰੀਸੀ ਇਕੱਠੇ ਹੋਏ, 48 ਆਇਤ ਦੇਖੋ, ਜਦੋਂ ਫਰੀਸੀ ਇਕੱਠੇ ਹੋਏ ਤਾਂ ਯਿਸੂ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਮਸੀਹ ਦੇ ਬਾਰੇ ਕੀ ਸੋਚਦੇ ਹੋ? ਉਹ ਕਿਸ ਦਾ ਪੁੱਤਰ ਹੈ? ਉਹਨਾਂ ਨੇ ਉੱਤਰ ਦਿੱਤਾ, ਦਾਊਦ ਦਾ। ਅੱਛਾ, ਦਾਊਦ ਦਾ ਪੁੱਤਰ ਹੈ। ਅੱਛਾ, ਫਿਰ ਉਹਨਾਂ ਨੇ ਉੱਤਰ ਦਿੱਤਾ ਦਾਊਦ ਦਾ। ਪਰ ਯਿਸੂ ਨੇ ਉਹਨਾਂ ਨੂੰ ਕਿਹਾ, ਫਿਰ ਦਾਊਦ ਨੇ ਆਤਮਾ ਦੀ ਪ੍ਰੇਰਣਾ ਦੇ ਨਾਲ ਉਸ ਨੂੰ ਪ੍ਰਭੂ ਕਿਉਂ ਕਿਹਾ? ਜੇ ਉਹਦਾ ਪੁੱਤਰ ਆ ਤਾਂ ਉਹਨੂੰ ਪ੍ਰਭੂ ਕਿਉਂ ਕਿਹਾ? ਉਸਦੇ ਸ਼ਬਦ ਹਨ, ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬੈਠ ਜਦੋਂ ਤੱਕ ਮੈਂ ਤੇਰੇ ਵੈਗਨ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ। ਇਸ ਲਈ ਜੇਕਰ ਦਾਊਦ ਨੇ ਆਪ ਉਸ ਨੂੰ ਪ੍ਰਭੂ ਕਿਹਾ, ਤਾਂ ਫਿਰ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋ? ਉੱਥੇ ਕੋਈ ਵੀ ਇਸ ਗੱਲ ਦਾ ਉੱਤਰ ਨਾ ਦੇ ਸਕਿਆ ਅਤੇ ਨਾ ਹੀ ਉਸ ਦਿਨ ਤੋਂ ਕਿਸੇ ਨੇ ਉਹਨਾਂ ਨੂੰ ਕੋਈ ਪ੍ਰਸ਼ਨ ਪੁੱਛਣ ਦਾ ਧਿਆਨ ਕੀਤਾ। ਇਹ ਚੀਜ਼ ਮੈਂ ਦੇਖਣੀ ਮੰਗਦਾ ਸੀ। ਉਸੇ ਹੀ ਪ੍ਰਭੂ ਦਾ ਆਤਮਾ ਜਿਹੜਾ ਸਾਨੂੰ ਬਖਸ਼ਿਆ ਗਿਆ, ਔਰ ਅਸੀਂ ਉਸੇ ਪ੍ਰਭੂ ਦੇ ਆਤਮਾ ਦੇ ਨਾਲ, ਉਹਦੀ ਤਾਕਤ ਦੇ ਨਾਲ, ਉਹਦੀ ਬੁੱਧ ਦੇ ਨਾਲ ਜਦੋਂ ਜੁੜਨੇ ਆ, ਤੇ ਸਾਨੂੰ ਆ ਜਿਹੜੇ ਚੀਜ਼ਾਂ ਦੇ ਵਿੱਚ ਫਸਵਾਣਾ ਮੰਗਦੇ ਆ, ਜਿੱਦਾਂ ਉਹਨਾਂ ਦੇ ਦੰਦ ਉਦੋਂ ਖੱਟੇ ਸੀਗੇ, ਉਹ ਖੱਟੇ ਹੀ ਰਹਿੰਦੇ ਆ। ਔਰ ਮੇਰੀ ਦੁਆ ਆ ਕਿ ਪ੍ਰਭੂ ਤੁਹਾਨੂੰ ਹਮੇਸ਼ਾ ਆਪਣੀ ਆਜ਼ਾਦੀ ਦਾ ਆਤਮਾ ਦੇ ਕੇ ਰੱਖੇ। ਪ੍ਰਭੂ ਤੁਹਾਨੂੰ ਇੱਕ ਜਿਹੜਾ ਤੁਹਾਡਾ ਆਪਣਾ ਰਿਸ਼ਤਾ ਆਪਣੇ ਬਾਪ ਦੇ ਨਾਲ ਮਸੀਹ ਦੇ ਰਾਹੀਂ, ਔਰ ਦੂਸਰਾ ਜਿਹੜਾ ਐਜ਼ ਅ ਕਮਿਊਨਿਟੀ ਦੇ ਨਾਲ ਇੱਕ ਇਕੱਠਾ ਤੁਹਾਡਾ ਰਿਸ਼ਤਾ ਹੈ ਪ੍ਰਭੂ ਦੇ ਨਾਲ, ਇਸ ਨੂੰ ਮਜ਼ਬੂਤ ਰੱਖੇ ਔਰ ਇਸ ਦੇ ਵਿੱਚ ਤੁਹਾਨੂੰ ਬਣਾ ਕੇ ਰੱਖੇ। ਕੱਲ ਨੂੰ ਆਪਾਂ ਇਸ ਚੈਪਟਰ ਨੂੰ ਪੂਰਾ ਕਰਾਂਗੇ। ਆਓ ਦੁਆ ਕਰੀਏ ਔਰ ਆਪਣੇ ਆਪ ਨੂੰ ਪ੍ਰਭੂ ਦੇ ਹੱਥ ਵਿੱਚ। ਪ੍ਰਭੂ ਯਿਸੂ ਮਸੀਹ, ਮੈਂ ਤੇਰਾ ਸ਼ੁਕਰ ਕਰਦਾ ਅੱਜ ਦੇ ਦਿਨ ਦੇ ਲਈ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ, ਤੇਰੀਆਂ ਮਹਾਨ ਬਰਕਤਾਂ ਦੇ ਲਈ ਜੋ ਤੂੰ ਸਾਨੂੰ ਦਿੱਤੀਆਂ। ਸੱਚਮੁੱਚ ਪ੍ਰਭੂ ਜੀ, ਕਿੰਨਾ ਪਿਆਰ ਤੇਰਾ ਸਾਡੇ ਲਈ ਵੱਡਾ ਆ। ਕਿਸ ਤਰ੍ਹਾਂ ਤੂੰ ਪ੍ਰਭੂ ਜੀ ਸਾਡੇ ਤੇ ਕਿਰਪਾ ਕੀਤੀ, ਆਪਣੀ ਕੁਰਬਾਨੀ ਦੇ ਨਾਲ ਤੂੰ ਸਾਨੂੰ ਪ੍ਰਭੂ ਜੀ ਆਪਣੇ ਲਈ ਵੱਖਰਾ ਕਰ ਲਿਆ, ਕੀਮਤ ਦੇ ਕੇ ਸਾਨੂੰ ਜਿੱਤ ਲਿਆ। ਤੇਰਾ ਸ਼ੁਕਰ। तो प्रभु जी ਅਸੀਂ ਇਸ ਧਰਤੀ ਤੇ ਰਹਿੰਦੇ ਹਾਂ, ਕਮਜ਼ੋਰ ਲੋਕ ਹਾਂ। बहुत सारे प्रभु जी लोग इस कमजोरी का फायदा उठा लेते। पर प्यारे प्रभु तू सानू अपनी निगाहबानी दे विच बना के रख, अपनी मजबूती दे विच बना के।
प्यारे प्रभु मेरे भैन भरावां दियां और मेरियां बहुत जरूरतां सरीरक जरूरत मेरी भी सरीरक जरूरत है प्रभु जी तू इसनूं तो मैं भी तेरे तो तंदुरुस्ती का दान मंगदा पिया और अपने भैन भरावां दे लई भी इन्हां दी तंदुरुस्ती का दान मंगदा साडे बच्चे आ प्रभु जी असीं उन्हां दे लई किरपा मंगदे पए इस तरह प्रभु जी साडे मनां दीयां जरूरतां साडे आत्मा दीयां जरूरतां प्रभु जी असीं तेरा शुक्र करते हैं कि सानूं ये सारियां जरूरतां ही प्रभु जी तू साडे लई साडे ते रह मेरे प्यारे प्रभु मेरे भैन भरावां नूं प्रभु जी तू अपने हाथ सज्जे हाथ इन्हां नूं बुला के तेरा शुक्र करदे हां तू साडी राखी करदा तेरा शुक्र करदे हां तू साडी दया साडी किरपा प्रभु जी तू असीं तेरा शुक्र करदे हां तू सानूं अपने रस्ते ते लैके चलदा तेरा शुक्र करते हैं कि जे असी कमजोर हैं पर तू तकड़ा साडे विच प्यारे प्रभु तेरी राखी साडे सज्जे खब्बे अगे पिछे तेरी रहम दे दया प्रभु जी साडे अगे पिछे सज्जे खब्बे पैरां दे विच छोटा रास्ता स्वर्ग तो तेरी पवित्र निगाहबानी मसीह दा साथ पवित्र आत्मा दी भरपूरी प्रभु जी साडे नाल और असीं दिन ब दिन घर नूं प्रभु जी इसे तरह वधदे रहीए बुरे और बुराई तो सानू बचा के रखी अपनी नजदीकी च बना के कल तक जब तक मिली है प्रभु जी तेरा साथ साडे सब दे नाल मसीह यसू दे मीठे और प्यारे नाम च साडी दुआ नूं सुन के कबूल कर ब्लेस यू प्रभु तन बरकत है कल सेम टाइम मिलांगे और कल नूं आपां इस चैप्टर नूं खत्म प्रभु तन सब नूं बरकत